हाँ जी, सत श्री अकाल दोस्तों। स्वागत है तुहाडा उड़ान इंस्टीट्यूट बठिंडा दे विच। अज दी इस हिस्टरी दी क्लास दे विच असीं जो लास्ट क्लास च एक पेपर डिस्कस कर रहे सी जिहड़ा कि मास्टर कैडर 2021 का पेपर आ। उस लास्ट क्लास च असीं 30 क्वेश्चनस हिस्टरी दे डिस्कस कर लए सी ते उसे लड़ी नूं अगे चलाउंदे होए अज असीं अगले क्वेश्चनस नूं डिस्कस करांगे। मैं तुहानूं याद दवा दा कि ये जो पेपर असीं डिस्कस कर रहे हैं ये मास्टर कैडर SST जो बॉर्डर कैडर दीयां पोस्टां आईयां सी उन्हां पोस्टां दे विच 2021 ऐसे साल दा पेपर है ते इस पेपर दे SST दे इस पेपर चों असीं हिस्टरी दा सैगमेंट डिस्कस कर रहे हैं। तां तुसीं 30 क्वेश्चनस आपां पिछले लैक्चर च डिस्कस कर लए सी। तां 31st जो क्वेश्चन आ वो तुसीं देखो कि आइडेंटिफाई द ब्रिटिश रेजिडेंट इन द लाहौर दरबार। लाहौर दरबार दे विच ब्रिटिश रेजिडेंस कौन सी? तो वो तुसीं जानते हो जी हैनरी लॉरेंस। हैनरी लॉरेंस लाहौर दरबार दे विच जिहड़ा हैगा ब्रिटिश रेजिडेंस सीगा। एक्चुअल दे विच 16 दसंबर 1846 नूं ना एक 16 दसंबर 1846 नूं एक संधि हुंदी है भैरोवाल दी संधि। ठीक है जी, यह संधि फस्ट एंगलो सिख वार तो बाद हुंदी आ। तुसीं जानते हो कि पहले एंगलो सिख युद्ध दे विच अंग्रेज़ां दी जिੱਤ हुंदी है ते सिखां दी हार हुंदी आ। जिੱਤ दे नालों नाल एक लाहौर दी संधि हुंदी है ते एक उस तो बाद भैरोवाल दी संधि हुंदी है जिहड़ी कि 16 दसंबर 1846 नूं होई सी। इस संधि दे विच ये निश्चित होया कि लाहौर दरबार दे विच एक अंग्रेज़ रेजिडेंस स्थापित होऊगा। ठीक है जी, तो उस दे नाल 8 जिहड़े सिख सरदार जां तुसीं एडमिनिस्ट्रेटिव कह सकते हो एक 8 मैंबरी कमेटी बनाई गई जिहड़ी हैनरी लॉरेंस दे अधीन काम करूगी। ठीक है जी, तो इहदा सही जवाब हैगा डी हैनरी लॉरेंस। अगला नैक्सट क्वेश्चन है जी 1846 ਦੇ ਵਿੱਚ ਜਲੰਧਰ ਦਬਾਬ ਦੇ ਵਿੱਚ ਕਿਹੜਾ ਕਮਿਸ਼ਨਰ ਨਿਯੁਕਤ ਕੀਤਾ ਗਿਆ? ਬੜਾ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਜੀ। ਇਹਦਾ ਸਹੀ ਆਨਸਰ ਹੈਗਾ ਜੀ ਜੌਨ ਲਾਰੈਂਸ। ਜੌਨ ਲਾਰੈਂਸ ਜਲੰਧਰ ਦਬਾਬ ਦੇ ਵਿੱਚ ਕਿਵੇਂ ਇਹਨੂੰ ਜਿਹੜਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਉਹਦਾ ਵੀ ਇੱਕ ਕਾਰਨ ਆ ਕਿ ਜਦੋਂ ਅੰਗਰੇਜ਼ ਪਹਿਲਾ ਸਿੱਖ ਐਂਗਲੋ ਵਾਰ ਜਿਹੜਾ ਹੈਗਾ ਉਹ ਜਿੱਤ ਜਾਂਦੇ ਨੇ ਤਾਂ ਉਹ ਖਾਲਸਾ ਸਰਕਾਰ ਤੋਂ ਕੁਝ ਕੁ ਇਲਾਕੇ ਆਪਦੇ ਕਬਜ਼ੇ ਅਧੀਨ ਕਰਦੇ ਨੇ। ਜਲੰਧਰ ਵੀ ਉਹਨਾਂ ਇਲਾਕਿਆਂ ਦੇ ਵਿੱਚ ਦਬਾਬ ਦੇ ਇਲਾਕੇ ਦੇ ਵਿੱਚੋਂ ਬੇਸਿਕਲੀ ਉਹ ਕੁਝ ਇਲਾਕਾ ਅੰਗਰੇਜ਼ਾਂ ਨੇ ਸਿੱਖਾਂ ਤੋਂ ਆਪਦੇ ਅਧੀਨ ਕੀਤਾ ਸੀਗਾ। ਉਸੇ ਅਧੀਨ ਕੀਤੇ ਇਲਾਕੇ ਦੇ ਵਿੱਚ ਹੀ ਜਲੰਧਰ ਦਬਾਬ ਸੀਗਾ। ਠੀਕ ਹੈ ਜੀ, ਜਦੋਂ ਅੰਗਰੇਜ਼ਾਂ ਨੇ ਸਿੱਖ ਰਾਜ ਤੋਂ ਆਪਦੇ ਅਧੀਨ ਇਹ ਇਲਾਕਾ ਕਰ ਲਿਆ ਤਾਂ ਇਸ ਜਲੰਧਰ ਦਬਾਬ ਦਾ ਜਿਹੜਾ ਪਹਿਲਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ ਉਹ ਜੌਨ ਲਾਰੈਂਸ ਸੀਗਾ ਜੀ। ਠੀਕ ਹੈ ਜੀ, ਆਈ ਹੋਪ ਤੁਸੀਂ ਸਮਝ ਗਏ ਹੋਵੋਗੇ। ਅੱਗੇ ਚੱਲਦੇ ਹਾਂ ਜੀ। ਅੱਗੇ ਹੈ ਜੀ जीन फ्रांसिस अलार्ड। ਇਹ ਕਿਸ ਦੇਸ਼ ਨਾਲ ਜਾਂ ਨੈਸ਼ਨਲਿਟੀ ਨਾਲ ਸੰਬੰਧਿਤ ਸੀਗਾ? ਇਹ ਵੀ ਇੰਪੋਰਟੈਂਟ ਆ। ਤੁਸੀਂ ਇਸ ਜਦੋਂ ਇਸ ਤਰ੍ਹਾਂ ਦਾ ਕੋਈ ਕੁਐਸਚਨ ਆਉਂਦਾ ਤਾਂ ਉਹਨੂੰ ਧਿਆਨ 'ਚ ਰੱਖਣਾ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਜਾਂ ਉਹਨਾਂ ਦੇ ਦਰਬਾਰ ਦੇ ਵਿੱਚ ਵਿਦੇਸ਼ੀ ਉੱਚ ਅਹੁਦਿਆਂ 'ਤੇ ਸਥਾਪਿਤ ਸੀ ਉਹਨਾਂ 'ਚੋਂ 99% ਕੌਣ ਸੀ? ਫਰੈਂਚ ਸੀਗੇ ਜੀ। ਤਾਂ ਇਹਦਾ ਜਿਹੜਾ ਸਹੀ ਆਨਸਰ ਆ ਉਹ ਫਰਾਂਸ ਤੋਂ ਸੀਗੇ ਜੀ ਉਹ। ਤੇ ਜੋ ਜੀਨ ਫਰਾਂਸਿਸ ਅਲਾਰਡ ਇੱਕ ਸੈਨਾ ਦਾ ਉੱਚ ਅਧਿਕਾਰੀ ਸੀ। ਕਿਹਦੇ ਨਾਲ ਜੁੜਿਆ ਹੋਇਆ ਸੀ ਇਹ ਜੀ? ਇਹ ਘੋੜਸਵਾਰ ਸੈਨਾ ਨਾਲ ਜੁੜਿਆ ਹੋਇਆ ਸੀ। ਘੋੜਸਵਾਰ ਸੈਨਾ ਨੂੰ ਟ੍ਰੇਨਿੰਗ ਦਿੰਦਾ ਸੀ, ਉਹਦੀ ਪਲਟਨ ਦਾ ਮੁਖੀ ਸੀਗਾ ਜੀ। ਠੀਕ ਹੈ ਜੀ, ਇੱਕ ਤੁਸੀਂ ਹੋਰ ਵੀ ਇਹਦੇ 'ਤੇ ਡਾਟਾ ਨੋਟ ਕਰ ਸਕਦੇ ਹੋ ਕਿ 1822 ਦੇ ਵਿੱਚ ਇਹਨੂੰ ਨਿਯੁਕਤ ਕੀਤਾ ਗਿਆ ਸੀਗਾ ਇਸ ਨਾਲ ਸੰਬੰਧਿਤ। ਨੈਕਸਟ ਚੱਲਦੇ ਹਾਂ ਜੀ ਅਸੀਂ। हाँ जी, नैक्सट क्वेश्चन हैगा जी हू वाज द अपॉइंटेड द प्रेजिडेंट ऑफ द बोर्ड ऑफ एडमिनिस्ट्रेशन ऑफ पंजाब। देखो जी ये क्वेश्चन भी बड़ा इंपॉर्टेंट आ। जदों 1849 ਦੇ ਵਿੱਚ ਪੰਜਾਬ ਨੂੰ ਖਾਲਸਾ ਰਾਜ ਨੂੰ ਅੰਗਰੇਜ਼ ਆਪਦੇ ਰਾਜ ਦੇ ਅਧੀਨ ਕਰ ਲੈਂਦੇ ਨੇ। ਠੀਕ ਹੈ ਜੀ, ਤਾਂ ਜਦੋਂ ਅਧੀਨ ਕਰ ਲੈਂਦੇ ਨੇ ਤਾਂ ਉਦੋਂ ਉਹ ਇੱਕ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਾਉਂਦੇ ਨੇ ਜਿਸ ਦੇ ਅਧੀਨ ਉਹਨਾਂ ਨੇ ਪੰਜਾਬ ਦਾ ਸ਼ਾਸਨ ਪ੍ਰਬੰਧ ਰਾਜ ਪ੍ਰਬੰਧ ਚਲਾਉਣਾ ਸੀਗਾ। ਤਾਂ ਉਸ ਜਿਹੜਾ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਾਇਆ ਸੀ ਉਹਦਾ ਜਿਹੜਾ ਪਹਿਲਾ ਹੈੱਡ ਬਣਾਇਆ ਸੀ ਉਹਨਾਂ ਨੇ ਉਹ ਬਣਾਇਆ ਸੀਗਾ ਜੀ ਹੈਨਰੀ ਲੌਰੈਂਸ ਨੂੰ। ਫਸਟ ਹੈੱਡ ਸੀਗਾ
ਹੈਨਰੀ ਲਾਰੈਂਸ ਨੂੰ ਬਣਾਇਆ ਗਿਆ ਸੀ, ਜਿਹੜਾ ਬੋਰਡ ਆਫ ਐਡਮਿਨਿਸਟ੍ਰੇਸ਼ਨ। ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਆਪਦਾ ਅਧਿਕਾਰ ਕੀਤਾ ਤੇ ਉਸ ਪੰਜਾਬ ਦੇ ਰਾਜ ਪ੍ਰਬੰਧ ਨੂੰ ਚਲਾਉਣ ਲਈ ਉਹਨਾਂ ਨੇ ਇੱਕ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਾਇਆ ਤੇ ਉਹਦਾ ਹੈੱਡ ਹੈਨਰੀ ਲਾਰੈਂਸ ਨੂੰ ਬਣਾਤਾ ਜੀ। ਅੱਗੇ ਚੱਲਦੇ ਹਾਂ ਜੀ। ਹਾਂਜੀ, ਉਹੀ ਕੁਐਸਚਨ ਆ ਗਿਆ ਕਿ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਦੇ ਅਧੀਨ ਕਦੋਂ ਕੀਤਾ, ਤਾਂ ਇਹ ਤੁਸੀਂ ਜਾਣਦੇ ਹੋ, ਬੀ ਆਪਸ਼ਨ ਆ ਜੀ 1849। 23 ਮਾਰਚ 1849 ਨੂੰ ਜਿਹੜਾ ਹੈਗਾ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਦੇ ਅਧੀਨ ਕਰ ਲਿਆ। ਉਦੋਂ ਲਾਰਡ ਡਲਹੌਜ਼ੀ ਅੰਗਰੇਜ਼ਾਂ ਦਾ ਜਿਹੜਾ ਹੈਗਾ ਗਵਰਨਰ ਜਨਰਲ ਸੀਗਾ ਤੇ ਪੰਜਾਬ ਦੀ ਗੱਦੀ ਤੇ ਉਸ ਸਮੇਂ ਮਹਾਰਾਜਾ ਦਲੀਪ ਸਿੰਘ ਸੀ, ਹੈ ਨਾ। ਉਹ ਅਜੇ ਬੱਚੇ ਸੀ, ਪਰ ਉਸ ਤੋਂ ਪਹਿਲਾਂ ਤੁਸੀਂ ਪੰਜਾਬ ਹਿਸਟਰੀ ਜਦੋਂ ਪੜ੍ਹੀ ਆ ਤਾਂ ਤੁਸੀਂ ਜਾਣਦੇ ਹੋ ਕਿ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਭੇਜਤਾ ਸੀ, ਮਹਾਰਾਣੀ ਜਿੰਦਾ ਨੂੰ ਕੈਦ ਕਰ ਲੈ ਗਿਆ ਸੀ, ਹੈ ਨਾ। ਪਹਿਲਾਂ ਸ਼ੇਖੂਪੁਰਾ ਭੇਜਿਆ, ਫਿਰ ਨੇਪਾਲ ਭੇਜਿਆ, ਫਿਰ ਉਸ ਤੋਂ ਬਾਅਦ ਕਲਕੱਤਾ ਵਗੈਰਾ ਵਾ ਉਹਨਾਂ ਦੀ ਮੁਲਾਕਾਤ ਵੀ ਹੋਈ। ਤਾਂ ਉਹ ਹਿਸਟਰੀ ਦੇ ਡਿਫਰੈਂਟ ਪਾਰਟਸ ਨੇ। ਤਾਂ ਪਰ ਅੰਗਰੇਜ਼ਾਂ ਨੇ ਕਦੋਂ ਪੰਜਾਬ ਨੂੰ ਆਪਦੇ ਅਧੀਨ ਕੀਤਾ, ਸੌਰੀ 23 ਮਾਰਚ ਨਹੀਂ, ਮੈਂ ਡੇਟ ਗਲਤ ਲਿਖ ਗਿਆ, 29 ਮਾਰਚ, ਸੌਰੀ। ਇਹਨੂੰ ਪਲੀਜ਼ ਕਰੈਕਟ ਕਰਿਓ, ਇਸ ਗਲਤੀ ਨੂੰ ਸੁਧਾਰਿਓ, ਮਾਫੀ ਇਹਦੇ ਲਈ। ਮੈਂ 23 ਮਾਰਚ ਲਿਖਤਾ, 29 ਮਾਰਚ। 29 ਮਾਰਚ ਸਹੀ ਡੇਟ ਆ ਜੀ, ਪਲੀਜ਼ ਇਹਨੂੰ ਕਰਿਓ ਠੀਕ। ਅੱਗੇ ਚੱਲਦੇ ਹਾਂ ਜੀ। ਤਾਂ ਇਹ ਕੁਐਸਚਨ ਹੈਗਾ ਜੀ, ਹੂ ਵਾਜ਼ ਦਾ ਗਵਰਨਰ ਜਨਰਲ ਆਫ ਇੰਡੀਆ ਇਨ 1849। ਜਦੋਂ ਪੰਜਾਬ ਨੂੰ ਅੰਗਰੇਜ਼ ਰਾਜ ਦੇ ਅਧੀਨ ਕੀਤਾ ਗਿਆ ਤਾਂ ਕੌਣ ਗਵਰਨਰ ਜਨਰਲ ਸੀਗਾ? ਇਹ ਆਪਾਂ ਜਾਣਦੇ ਹਾਂ ਕਿ ਲਾਰਡ ਡਲਹੌਜ਼ੀ ਸੀ। 48 ਤੋਂ 56 ਤੱਕ ਲਾਰਡ ਡਲਹੌਜ਼ੀ ਇਸ ਗੱਦੀ 'ਤੇ ਰਿਹਾ। ਲਾਰਡ ਡਲਹੌਜ਼ੀ ਉਹੀ ਗਵਰਨਰ ਜਨਰਲ ਜਿਹਨੇ ਪੰਜਾਬ ਨੂੰ ਆਪਦੇ ਅਧੀਨ ਕੀਤਾ, ਜਿਹਨੇ ਲੈਪਸ ਦੀ ਨੀਤੀ ਚਲਾਈ, ਹੈ ਨਾ, ਰਾਜਾਂ ਨੂੰ ਹੜੱਪਣ ਦੀ ਨੀਤੀ, ਲੈਪਸ ਦੀ ਨੀਤੀ ਚਲਾਈ, ਜਿਸ ਦੇ ਅਧੀਨ ਗੋਦ ਲੈਤੇ ਹੋਏ ਵਾਰਸਾਂ, ਗੋਦ ਲੈਤੀਆਂ ਹੋਈਆਂ ਔਲਾਦਾਂ ਨੂੰ ਵਾਰਸ ਮੰਨਣ ਤੋਂ ਉਹਨਾਂ ਨੇ ਇਨਕਾਰ ਕਰਤਾ। ਫਿਰ ਇਸੇ ਲਾਰਡ ਡਲਹੌਜ਼ੀ ਨੇ ਇੰਡੀਆ 'ਚ ਪਹਿਲੀ ਟ੍ਰੇਨ ਵੀ ਚਲਾਈ, ਹੈ ਨਾ, ਬੰਬੇ ਟੂ ਠਾਣਾ ਤੁਸੀਂ ਜਾਣਦੇ ਹੋ। ਤਾਂ ਇਹ ਕਈ ਗੱਲਾਂ ਨੂੰ ਲੈ ਕੇ ਲਾਰਡ ਡਲਹੌਜ਼ੀ ਇੰਪੋਰਟੈਂਟ ਨੇ, ਇੱਥੋਂ ਕੁਐਸਚਨਸ ਆਉਂਦੇ ਰਹਿੰਦੇ ਨੇ ਜੀ। ਅੱਗੇ ਚੱਲਦੇ ਹਾਂ ਜੀ। ਅੱਗੇ ਹੈ ਜੀ ਮੋਹਨਜਦਾਰੋ ਮੀਨਸ, ਹੈ ਨਾ। ਕੀ ਮਤਲਬ ਆ ਜੀ ਮੋਹਨਜਦਾਰੋ ਦਾ? ਤੇ ਤੁਸੀਂ ਜਾਣਦੇ ਹੋ ਕਿ ਇਹਨਾਂ ਨੂੰ ਆਪਾਂ ਮ੍ਰਿਤਕਾਂ ਦਾ ਜਿਹੜਾ ਹੈਗਾ ਟਿੱਲਾ ਕਿਹਾ ਜਾਂਦਾ। ਤਾਂ ਸੀ ਆਪਸ਼ਨ ਇਹਦੀ ਸਹੀ ਆਪਸ਼ਨ ਆ ਜੀ। ਮੋਹਨਜਦਾਰੋ ਦਾ ਕੀ ਮਤਲਬ ਆ ਜੀ? ਮ੍ਰਿਤਕਾਂ ਦਾ ਟਿੱਲਾ। ਪਾਕਿਸਤਾਨ ਦੇ ਵਿੱਚ ਹੜੱਪਾ ਸੱਭਿਅਤਾ ਨਾਲ ਰਿਲੇਟਡ ਇਹ ਜਗ੍ਹਾ ਹੈਗੀ ਆ, ਸਾਈਟ ਹੈ ਇਹ। ਹੜੱਪਾ ਸੱਭਿਅਤਾ ਦੀ ਵੈਸੇ ਸਭ ਤੋਂ ਵੱਡੀ ਸਾਈਟ ਆ ਇਹ, ਇੰਡਸ ਵੈਲੀ ਸਿਵਲਾਈਜੇਸ਼ਨ ਦੀ ਸਭ ਤੋਂ ਵੱਡੀ ਸਾਈਟ ਆ। ਜੇ ਇਹ ਕੁਐਸਚਨ ਵੀ ਆਉਂਦਾ ਕਿ ਸਭ ਤੋਂ ਵੱਡੀ ਸਾਈਟ ਕਿਹੜੀ ਆ, ਤਾਂ ਉਹ ਮੋਹਨਜਦਾਰੋ ਆ। ਜੇ ਇੰਡੀਆ ਦੇ ਵਿੱਚੋਂ ਆਉਂਦਾ ਕਿ ਇੰਡੀਆ ਦੇ ਵਿੱਚੋਂ ਇੰਡਸ ਵੈਲੀ ਸਿਵਲਾਈਜੇਸ਼ਨ ਨਾਲ ਰਿਲੇਟਡ ਸਭ ਤੋਂ ਵੱਡੀ ਸਾਈਟ ਕਿਹੜੀ ਆ, ਤਾਂ ਉਹ ਰਾਖੀਗੜ੍ਹੀ ਆ, ਹੈ ਨਾ। ਤਾਂ ਮ੍ਰਿਤਕਾਂ ਦਾ ਟਿੱਲਾ ਇਹਦੀ ਸਹੀ ਆਪਸ਼ਨ ਆ। ਅੱਗੇ ਚੱਲਦੇ ਹਾਂ ਜੀ। ਅੱਗੇ ਹੜੱਪਾ ਜਿਹੜਾ ਕਲਚਰ ਆ ਉਹ ਕਿਹਦੇ ਨਾਲ ਬਿਲੋਂਗ ਕਰਦਾ? ਤੇ ਇਹ ਤੁਸੀਂ ਜਾਣਦੇ ਹੋ ਜੀ ਕਿ ਇਹ ਬਰਾਊਨਜ਼ ਏਜ ਆ ਜੀ, ਬਰਾਊਨਜ਼ ਏਜ ਆ ਜੀ ਇਹ, ਹੈ ਨਾ। ਤਾਂ ਬਰਾਊਨਜ਼ ਏਜ ਨਾਲ ਬਿਲੋਂਗ ਕਰਦਾ ਕਿਉਂਕਿ ਜਿਹੜੀ ਆਇਰਨ ਏਜ ਆ ਇਹ ਤਾਂ ਉੱਤਰ ਵੈਦਿਕ ਕਾਲ ਦੇ ਵਿੱਚ ਲੋਹੇ ਦੀ ਭਾਲ ਹੁੰਦੀ ਆ। ਅਤਰੰਜੀ ਖੇੜਾ ਇੱਕ ਜਗ੍ਹਾ ਦਾ ਨਾਮ ਆ, ਅਤਰੰਜੀ ਖੇੜਾ। ਅਤਰੰਜੀ ਖੇੜਾ ਤੋਂ ਸਭ ਤੋਂ ਪਹਿਲਾਂ ਜਿਹੜੇ ਜਾਂ ਪੁਰਾਤਨ ਲੋਹੇ ਦੇ ਨਿਸ਼ਾਨ ਮਿਲਦੇ ਆ ਸਾਨੂੰ। ਤੇ ਅਤਰੰਜੀ ਖੇੜਾ ਦਾ ਜਿਹੜਾ ਟਾਈਮ ਪੀਰੀਅਡ ਆ ਉਹ 11ਵੀਂ ਸਦੀ BC ਦੇ ਲਗਭਗ ਆ ਟਾਈਮ, ਹੈ ਨਾ। ਤਾਂ ਅਤਰੰਜੀ ਖੇੜਾ ਤਾਂ ਲੋਹਾ ਤਾਂ ਫਿਰ ਬਹੁਤ ਬਾਅਦ ਮਿਲਦਾ। ਤੇ ਜਦੋਂ ਅਸੀਂ ਹੜੱਪਾ ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ, ਇਹਨੂੰ ਲੈ ਕੇ ਜਿਹੜੇ ਇਤਿਹਾਸਕਾਰ ਇੱਕ ਮਤ ਨੇ, ਉਹ 2500 ਤੋਂ ਲੈ ਕੇ 1750 BC, 1750 ਸਾਲ BC ਤੱਕ ਦੇ ਸਮੇਂ ਕਾਲ ਨੂੰ ਜਿਹੜਾ ਹੈਗਾ ਹੜੱਪਾ ਸਿਵਲਾਈਜੇਸ਼ਨ ਨਾਲ ਜੋੜਿਆ ਜਾਂਦਾ ਗਾ। ਤੇ ਲਗਭਗ 3000 BC ਦੇ ਵਿੱਚ ਤਾਂਬੇ ਦੀ ਖੋਜ ਹੋਈ ਆ। ਤਾਂ ਇਸ ਸਮੇਂ ਨੂੰ ਅਸੀਂ ਕਿਹਦੇ ਨਾਲ ਜੋੜਦੇ ਹਾਂ? ਬਰਾਊਨਜ਼ ਏਜ ਨਾਲ। ਤਾਂ ਇਹ ਆਪਸ਼ਨ ਸਹੀ ਆਪਸ਼ਨ ਆ ਜੀ। ਆਇਰਨ ਏਜ ਆ ਜਿਹੜੀ, ਇਹਨੂੰ ਅਸੀਂ ਉੱਤਰ ਵੈਦਿਕ ਕਾਲ ਕਹਿੰਦੇ ਆ। ਪੱਥਰ ਯੁੱਗ ਤੁਸੀਂ ਜਾਣਦੇ ਹੀ ਹੋ ਕਿ ਇਹ ਉਹ ਯੁੱਗ ਜਿਹੜਾ ਇੰਡੀਆ ਦਾ ਸਭ ਤੋਂ ਪੁਰਾਤਨ ਯੁੱਗ ਆ, ਪਹਿਲਾ ਯੁੱਗ ਆ ਜਿਸ ਦੇ ਵਿੱਚ ਸਾਨੂੰ ਭਾਸ਼ਾ ਨਹੀਂ ਮਿਲਦੀ। ਪ੍ਰੀ ਹਿਸਟੋਰਿਕ ਪੀਰੀਅਡ ਆ ਜੀ ਇਹ ਪੱਥਰ ਯੁੱਗ, ਠੀਕ ਹੈ ਜੀ। ਤਾਂ ਆਈ ਹੋਪ ਤੁਹਾਨੂੰ ਇਹ ਕੁਐਸਚਨ ਕਲੀਅਰ ਹੋ ਗਿਆ ਹੋਊਗਾ। ਅੱਗੇ ਚੱਲਦੇ ਹਾਂ ਜੀ ਅਸੀਂ। ਅੱਛਾ ਜੀ, ਇੱਥੇ ਗੱਲ ਹੈਗੀ ਆ ਕਿ ਆਇਡੈਂਟੀਫਾਈ ਦਾ ਸਿਟੀ ਆਫ ਗ੍ਰੇਟ ਬਾਥ। ਇਹ ਬਹੁਤ ਇੰਪੋਰਟੈਂਟ ਕੁਐਸਚਨ ਆ। ਤੇ ਗ੍ਰੇਟ ਬਾਥ ਤੁਸੀਂ ਸਾਰੇ ਜਾਣਦੇ ਹੋ ਕਿ ਮੋਹਿੰਜਦਾਰੋ ਪਾਕਿਸਤਾਨ ਦੀ ਜਿਹੜੀ ਸਿੰਧ ਪ੍ਰਾਂਤ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਨਾਲ ਜੁੜੀ ਹੋਈ ਸਾਈਟ ਆ, ਉੱਥੇ ਗ੍ਰੇਟ ਬਾਥ ਮਿਲਿਆ ਹੋਇਆ, ਹੈ ਨਾ। ਇਹ ਬਹੁਤ ਹੀ ਇੰਪੋਰਟੈਂਟ, ਬੜੇ ਪੇਪਰਾਂ ਦੇ ਵਿੱਚ ਇਹ ਕੁਐਸਚਨ ਆਉਂਦਾ ਗਾ ਜੀ। ਇਹਨੂੰ ਇੱਕ 39 23 8 ਦਾ ਜਿਹੜਾ ਹੈਗਾ ਇਹਦਾ ਸਾਈਜ਼ ਆ, 39 × 23 × 8, ਹੈ ਨਾ। ਇਹ ਫੀਟ 'ਚ ਆ ਜੀ, ਫੁੱਟ 'ਚ ਆ।
39 ਫੁੱਟ ਲੰਬਾ, 23 ਫੁੱਟ ਚੌੜਾ, 8 ਫੁੱਟ ਡੂੰਘਾ। ਇਹ ਇੱਕ ਸਵਿਮਿੰਗ ਪੂਲ ਦੀ ਤਰ੍ਹਾਂ ਇੱਕ ਇਮਾਰਤ ਮਿਲੀ ਹੈ ਸਾਨੂੰ, ਜਿਸ ਨੂੰ ਅਸੀਂ ਗ੍ਰੇਟ ਬਾਥ ਦਾ ਨਾਮ ਦਿੰਦੇ ਹਾਂਗੇ। ਠੀਕ ਹੈ ਜੀ। ਤਾਂ ਮੋਹਿੰਜੋਦਾਰੋ 'ਚੋਂ ਮਿਲਿਆ ਜੀ। ਅੱਗੇ ਚੱਲਦੇ ਹਾਂ ਜੀ। ਹਾਂਜੀ, ਵਟ ਡਜ਼ ਦਾ ਟਰਮ ਅਸ਼ਵਾ ਮੀਨਸ? ਅਸ਼ਵਾ ਇਹ ਵੈਦਿਕ ਕਾਲ ਦੇ ਵਿੱਚੋਂ ਕੁਐਸਚਨ ਆ ਜੀ, ਵੈਦਿਕ ਕਾਲ ਦੇ ਵਿੱਚੋਂ, ਹੈ ਨਾ। ਅਸ਼ਵਾ ਸੰਸਕ੍ਰਿਤ ਸ਼ਬਦ ਆ ਇੱਕ ਇਹ। ਅਸ਼ਵਾ ਦਾ ਮਤਲਬ ਕੀ ਆ? ਤਾਂ ਇਹਦਾ ਮਤਲਬ ਹੈ ਜੀ ਹਾਰਸ, ਘੋੜਾ। ਤੁਸੀਂ ਸੁਣਿਆ ਹੋਊਗਾ, ਸੀਰੀਅਲਸ ਵਗੈਰਾ 'ਚ ਵੀ ਦੇਖਦੇ ਹੋ ਤੁਸੀਂ, ਜਾਂ ਤੁਸੀਂ ਪੜ੍ਹਦੇ ਵਕਤ ਹੋ ਕਿ ਅਸ਼ਵ ਯੱਗ ਹੁੰਦਾ, ਹੈ ਨਾ। ਅਸ਼ਵ ਯੱਗ ਦੇ ਵਿੱਚ ਰਾਜੇ ਕੀ ਕਰਦੇ ਸੀ ਕਿ ਜੋ ਆਪਦੇ ਸਾਮਰਾਜ ਨੂੰ ਵਧਾਉਣ ਲਈ ਯੱਗ ਹੁੰਦਾ ਸੀ ਕਿ ਉਹ ਘੋੜੇ ਨੂੰ ਛੱਡ ਦਿੰਦੇ ਸੀ, ਅਤੇ ਜਿੱਥੇ ਜਿੱਥੇ ਘੋੜਾ ਚਲਾ ਜਾਂਦਾ ਉਹਨੂੰ ਰਾਜਾ ਆਪਦਾ ਸਾਮਰਾਜ ਮੰਨਦਾ ਸੀ। ਜੇ ਕੋਈ ਘੋੜੇ ਨੂੰ ਫੜ ਲੈਂਦਾ ਤਾਂ ਉਹਦੇ ਨਾਲ ਯੁੱਧ ਕਰਦਾ ਸੀ। ਤਾਂ ਉਹ ਤੁਸੀਂ ਜਾਣਦੇ ਹੋ ਅਸ਼ਵ। ਅਸ਼ਵਾ ਮੀਨਸ ਹਾਰਸ, ਘੋੜਾ। ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ। ਹਾਂਜੀ, ਹੂ ਇਜ਼ ਦਾ ਕੰਸੀਡਰਡ ਦਾ 24th ਤੀਰਥੰਕਰ ਆਫ ਜੈਨਿਜ਼ਮ? ਬੜਾ ਸੌਖਾ ਕੁਐਸਚਨ ਆ, ਇਹ ਤਾਂ ਤੁਸੀਂ ਜਾਣਦੇ ਹੋ ਕਿ ਮਹਾਵੀਰ ਆ, ਹੈ ਨਾ। ਮਹਾਵੀਰ ਜੈਨ ਜਿਹੜੇ 24ਵੇਂ ਤੀਰਥੰਕਰ ਨੇ ਜੈਨਿਜ਼ਮ ਦੇ ਵਿੱਚ। ਜੇ ਤੁਸੀਂ ਜਿਹੜਾ ਰਿਸ਼ਭਦੇਵ ਆ ਇਹ ਪਹਿਲੇ ਤੀਰਥੰਕਰ ਨੇ, ਹੈ ਨਾ। ਪਰਸ਼ਵਨਾਥ 23ਵੇਂ ਤੀਰਥੰਕਰ ਨੇ, ਅਤੇ ਗੌਤਮ ਧਾਮ ਜਿਹੜੇ ਹੈਗੇ ਆ ਉਹ ਇਹ ਤੀਰਥੰਕਰਾਂ 'ਚੋਂ ਆਉਂਦੇ ਹੀ ਨਹੀਂ, ਹੈ ਨਾ। ਤਾਂ ਜਿਹੜੇ ਲਾਸਟ 24ਵੇਂ ਤੀਰਥੰਕਰ ਨੇ ਉਹ ਮਹਾਵੀਰ ਜੈਨ ਤੀਰਥੰਕਰ ਨੇ। ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ ਆਪਾਂ। ਹਾਂਜੀ, ਇਹ ਵੀ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਕਿ ਵੇਅਰ ਡਿਡ ਲਾਰਡ ਮਹਾਵੀਰਾ ਪਾਸ ਅਵੇ? ਕਿੱਥੇ ਉਹਨਾਂ ਦੀ ਡੈਥ ਹੋਈ ਸੀ ਲਾਰਡ ਮਹਾਵੀਰ ਦੀ, ਮਹਾਵੀਰ ਜੈਨ ਦੀ? ਤਾਂ ਇਹਦਾ ਸਹੀ ਆਪਸ਼ਨ ਹੈਗੀ ਹੈ ਜੀ ਪਾਵਾਪੁਰੀ। ਪਾਵਾਪੁਰੀ ਮਹਾਵੀਰ ਜੈਨ ਦੀ ਜਿਹੜੀ ਹੈਗੀ ਆ ਉਹ ਡੈਥ ਹੋਈ ਸੀਗੀ। ਪਾਵਾਪੁਰੀ ਬਿਹਾਰ 'ਚ ਅੱਜ ਦੇ ਟਾਈਮ ਤਾਂ ਉਦੋਂ ਇਹ ਮੱਲ ਜਨਪਦ ਸੀਗਾ, ਮੱਲ। ਤੁਸੀਂ ਜਾਣਦੇ ਹੋ ਕਿ ਪ੍ਰੰਤਨ ਇਹਨਾਂ ਸਮਿਆਂ ਦੇ ਵਿੱਚ ਜਿਵੇਂ 16 ਮਹਾਜਨਪਦ ਸੀ, ਵੱਡੇ ਦੇਸ਼, ਹੈ ਨਾ। ਅਤੇ ਮੱਲ ਉਹਨਾਂ 'ਚੋਂ ਇੱਕ ਸੀ। ਅਤੇ ਇਹ ਪਾਵਾਪੁਰੀ ਜਿਸ ਸਥਾਨ 'ਤੇ ਅੱਜ ਦੇ ਮੌਜੂਦਾ ਸਮੇਂ 'ਤੇ ਤਾਂ ਪਾਵਾਪੁਰੀ ਬਿਹਾਰ ਦੇ ਵਿੱਚ ਆ, ਪਰ ਪਾਵਾਪੁਰੀ ਜਿੱਥੇ ਮਹਾਵੀਰ ਜੈਨ ਦੀ ਡੈਥ ਹੋਈ ਉਹ ਉਸ ਸਮੇਂ ਮੱਲ ਜਨਪਦ ਸੀ। ਇਹ ਹਾਈ ਲੈਵਲ 'ਤੇ ਕੁਐਸਚਨ ਆ ਜਾਂਦਾ ਕਈ ਵਾਰੀ ਕਿ ਪਾਵਾਪੁਰੀ ਕਿਹੜੇ ਜਨਪਦ ਸੀਗਾ ਉਦੋਂ, ਹੈ ਨਾ। ਤਾਂ ਮੱਲ ਜਨਪਦ ਸੀ। ਇਹਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਕਿ ਮਹਾਤਮਾ ਬੁੱਧ ਦੀ ਡੈਥ ਕਿੱਥੇ ਹੋਈ ਆ? ਕੁਸ਼ੀਨਗਰ ਦੇ ਵਿੱਚ ਹੋਈ ਆ ਜੀ। ਮਹਾਤਮਾ ਬੁੱਧ ਦੀ ਡੈਥ ਕੁਸ਼ੀਨਗਰ ਵੀ ਮੱਲ ਜਨਪਦ ਸੀਗਾ। ਠੀਕ ਹੈ ਜੀ। ਇਹ UPSC 'ਚ ਇੱਕ ਵਾਰੀ ਕੁਐਸਚਨ ਆਇਆ ਹੋਇਆ ਕਿ ਜਿਹੜੀ ਡੈਥ ਹੋਈ ਆ ਮਹਾਤਮਾ ਬੁੱਧ ਤੇ ਮਹਾਵੀਰ ਜੈਨ ਦੀ ਉਦੋਂ ਕਿਹੜੇ ਜਨਪਦ ਸੀਗੀ? ਤਾਂ ਦੋਨੋਂ ਇਹਨਾਂ ਮਹਾਨ ਸ਼ਖਸੀਅਤਾਂ ਦੀ ਡੈਥ ਮੱਲ ਜਨਪਦ 'ਚ ਹੋਈ ਆ। ਇਸ ਚੀਜ਼ ਨੂੰ ਤੁਸੀਂ ਧਿਆਨ ਰੱਖਣਾ, ਪਰ ਇਸ ਕੁਐਸਚਨ ਦਾ ਜਿਹੜਾ ਸਹੀ ਆਨਸਰ ਆ ਉਹ ਪਾਵਾਪੁਰੀ ਹੀ ਹੈ ਜੀ। ਅੱਗੇ ਚੱਲਦੇ। ਹਾਂਜੀ ਬਾਈ, ਵਿਚ ਲੈਂਗੁਏਜ ਹੈਲਪ ਟੂ ਐਕਸਪੈਂਸ਼ਨ ਆਫ ਬੁੱਧਿਜ਼ਮ? ਬੁੱਧਿਜ਼ਮ ਨੂੰ ਫੈਲਾਉਣ ਦੇ ਵਿੱਚ, ਵਿਸਥਾਰ ਕਰਨ ਦੇ ਵਿੱਚ ਕਿਹੜੀ ਭਾਸ਼ਾ ਨੇ ਮਹੱਤਵਪੂਰਨ ਰੋਲ ਨਿਭਾਇਆ? ਤਾਂ ਉਸ ਸਮੇਂ ਦੇ ਲੋਕਾਂ ਦੀ ਜਿਹੜੀ ਲੋਕਲ ਲੈਂਗੁਏਜ ਸੀ ਉਹ ਪਾਲੀ ਭਾਸ਼ਾ ਸੀ। ਪਾਲੀ ਭਾਸ਼ਾ ਸੀਗੀ। ਜੈਨਿਜ਼ਮ ਦੇ ਵਿੱਚ ਇਹ ਭਾਸ਼ਾ ਪ੍ਰਾਕ੍ਰਿਤਿਕ ਭਾਸ਼ਾ ਦੇ ਰੂਪ 'ਚ ਆ ਜਾਂਦੀ ਆ, ਪਰ ਬੁੱਧਿਜ਼ਮ ਦੇ ਵਿੱਚ ਇਹ ਪਾਲੀ ਭਾਸ਼ਾ ਦੇ ਵਿੱਚ ਆ ਜਾਂਦੀ ਆ। ਦੋਨਾਂ ਹੀ ਧਰਮਾਂ ਨੇ ਜਦੋਂ ਉਹਨਾਂ ਦੀ ਡਿਵਾਈਡੇਸ਼ਨ ਹੋਈ, ਤੁਸੀਂ ਜਾਣਦੇ ਹੋ ਕਿ ਦੋਨੋਂ ਧਰਮ, ਹੈ ਨਾ, ਇੱਕ ਸ਼ਵੇਤਾਂਬਰ ਅਤੇ ਦਿਗੰਬਰ ਜੈਨਿਜ਼ਮ ਦੀ ਗੱਲ ਕਰੀਏ ਆਪਾਂ ਜੇ, ਅਤੇ ਇੱਧਰ ਹੀਨਯਾਨ ਮਹਾਯਾਨ ਬੁੱਧਿਜ਼ਮ ਦੀ ਗੱਲ ਕਰੀਏ, ਦੋ ਟੁਕੜਿਆਂ ਦੇ ਵਿੱਚ ਅੱਗੇ ਜਾ ਕੇ 2 ਭਾਗਾਂ ਦੇ ਵਿੱਚ ਵੰਡਿਆ ਗਿਆ। ਦੋਨਾਂ ਭਾਗਾਂ ਦੇ ਵਿੱਚ ਜੇ ਅਸੀਂ ਦਿਗੰਬਰ ਦੀ ਅਤੇ ਇੱਧਰੋਂ ਹੀਨਯਾਨ ਦੀ ਗੱਲ ਕਰੀਏ, ਇਹਨਾਂ ਨੇ ਜੋ ਲੋਕਲ ਲੈਂਗੁਏਜ ਸੀਗੀਆਂ ਉਹਨਾਂ 'ਤੇ ਹੀ ਧਿਆਨ ਜ਼ਿਆਦਾ ਦਿੱਤਾ, ਮਤਲਬ ਕਿ ਪਾਲੀ ਅਤੇ ਪ੍ਰਾਕ੍ਰਿਤਿਕ ਭਾਸ਼ਾ 'ਤੇ ਧਿਆਨ ਦਿੱਤਾ। ਅਤੇ ਜੇ ਅਸੀਂ ਮਹਾਯਾਨ ਜਾਂ ਅਸੀਂ ਸ਼ਵੇਤਾਂਬਰ ਦੀ ਗੱਲ ਕਰੀਏ ਤਾਂ ਇਹਨਾਂ ਸ਼ਾਖਾਵਾਂ ਨੇ, ਇਹਨਾਂ ਧਰਮਾਂ ਦੀਆਂ ਇਹਨਾਂ ਸ਼ਾਖਾਵਾਂ ਨੇ ਸੰਸਕ੍ਰਿਤ ਭਾਸ਼ਾ 'ਤੇ ਵੀ ਜ਼ੋਰ ਦਿੱਤਾ। ਪਰ ਮੂਲ ਭਾਸ਼ਾਵਾਂ ਜਿਨ੍ਹਾਂ ਦੇ ਵਿੱਚ ਲੋਕਲ, ਜੋ ਆਮ ਲੋਕਾਂ ਦੀ ਭਾਸ਼ਾ ਸੀ, ਉਹ ਬੁੱਧਿਜ਼ਮ ਦੇ ਸਮੇਂ ਪਾਲੀ ਭਾਸ਼ਾ ਦੇ ਵਿੱਚ ਵਿਸਤਾਰ ਜ਼ਿਆਦਾ ਹੋਇਆ ਅਤੇ ਜੈਨਿਜ਼ਮ ਦੇ ਵਿੱਚ ਪ੍ਰਾਕ੍ਰਿਤਿਕ ਭਾਸ਼ਾ ਦੇ ਵਿੱਚ ਵਿਸਤਾਰ ਹੋਇਆ। ਅੱਗੇ ਚੱਲਦੇ ਹਾਂ ਜੀ। ਹਾਂਜੀ, ਤਾਂ ਅੱਗੇ ਅਸ਼ਟਮਾਰਗ ਦੀ ਗੱਲ ਕੀਤੀ ਹੈ ਜੀ। ਇਹ 2-3 ਪੇਪਰਾਂ ਦੇ ਵਿੱਚ ਕੁਐਸਚਨ ਆਇਆ ਹੋਇਆ। ਜਦੋਂ ਤੁਸੀਂ ਪਿਛਲੇ ਪੇਪਰ ਦੇਖੋਗੇ, ਅਸ਼ਟਾਂਗ ਮਾਰਗ ਜਾਂ ਅਸ਼ਟਮਾਰਗ ਬੋਲਿਆ ਜਾਂਦਾ ਇਹਨੂੰ। ਤਾਂ ਇਹ ਕਿਹਨੇ ਦਿੱਤਾ ਜੀ? ਇਹ ਲਾਰਡ ਬੁੱਧਾ ਨੇ ਦਿੱਤਾ ਜੀ। ਅਸ਼ਟਮਾਰਗ, ਹੈ ਨਾ। ਸੱਚਾ ਗਿਆਨ,
ਚੰਗੀ ਯਾਦ ਸ਼ਕਤੀ, ਚੰਗੀ ਕਸਰਤ ਵਗੈਰਾ ਵਗੈਰਾ, ਇਸ ਤਰੀਕੇ ਨਾਲ 8 ਇੰਪੋਰਟੈਂਟ ਗੱਲਾਂ ਦਿੱਤੀਆਂ ਨੇ ਜਿਨ੍ਹਾਂ ਤੇ ਚੱਲ ਕੇ ਮਹਾਤਮਾ ਬੁੱਧ ਕਹਿੰਦੇ ਨੇ ਕਿ ਤੁਸੀਂ ਗਿਆਨ ਦੀ ਪ੍ਰਾਪਤੀ ਕਰ ਸਕਦੇ ਹੋ। 8 ਇੰਪੋਰਟੈਂਟ ਗੱਲਾਂ ਜਿਨ੍ਹਾਂ ਦੇ ਵਿੱਚ ਜੇ ਤੁਸੀਂ ਗੱਲ ਕਰੋ ਸੱਚੀ ਦ੍ਰਿਸ਼ਟੀ, ਸੱਚਾ ਇਰਾਦਾ, ਸੱਚੀ ਬੋਲੀ, ਸੱਚਾ ਕਰਮ, ਸੱਚੀ ਕਿਰਤ, ਯਾਦਾਸ਼ਤ, ਭਗਤੀ, ਕਸਰਤ, ਇਹ ਚੀਜ਼ਾਂ ਆਉਂਦੀਆਂ ਨੇ ਜੀ। ਤਾਂ ਲਾਰਡ ਬੁੱਧਾ ਜਿਹੜਾ ਇਹਦੇ ਚੋਂ ਸਹੀ ਆਨਸਰ ਹੈ ਜਿਨ੍ਹਾਂ ਨੇ ਅਸ਼ਟਾਂਗ ਮਾਰਗ ਦੀ ਗੱਲ ਕੀਤੀ ਹੈ ਜੀ। ਹਾਂਜੀ, ਹੂ ਵਾਜ਼ ਮੈਕਥਨੀਜ਼। ਤਾਂ ਮੈਕਥਨੀਜ਼ ਤੁਸੀਂ ਜਾਣਦੇ ਹੋ ਕਿ ਕੌਣ ਸੀ ਬਈ? ਗ੍ਰੀਕ ਐਂਬੈਸਡਰ ਸੀ, ਹੈ ਨਾ। ਦੇਖੋ ਗ੍ਰੀਕ ਕੌਣ ਸੀ? ਜਿਹੜੇ ਸਿਕੰਦਰ ਗ੍ਰੀਕ ਸੀ। ਸਿਕੰਦਰ ਨੇ 326 ਈਸਵੀ ਦੇ ਵਿੱਚ ਇੱਥੇ ਇੰਡੀਆ 'ਤੇ ਹਮਲਾ ਕੀਤਾ, ਹੈ ਨਾ। ਉਹਦਾ ਇੱਥੇ ਮੁਕਾਬਲਾ ਜਿਹੜਾ ਪਹਿਲਾਂ ਤਾਂ ਤਕਸ਼ਿਲਾ ਦੇ ਰਾਜੇ ਅੰਬੀ ਨਾਲ ਹੋਇਆ। ਅੰਬੀ ਨੇ ਜਿਹੜਾ ਆਤਮ ਸਮਰਪਣ ਕਰਤਾ ਅਤੇ ਫਿਰ ਉਸ ਤੋਂ ਬਾਅਦ ਪੰਜਾਬ ਦੇ ਰਾਜੇ ਪੋਰਸ ਨਾਲ ਮੁਕਾਬਲਾ ਹੋਇਆ। ਤਕੜਾ ਯੁੱਧ ਹੋਇਆ ਪਰ ਪੋਰਸ ਹਾਰ ਗਿਆ ਅਤੇ ਸਿਕੰਦਰ ਜਿੱਤ ਗਿਆ। ਸਿਕੰਦਰ ਨੇ ਜੋ ਇੱਥੇ ਇਲਾਕਾ ਜਿੱਤਿਆ ਉਹਨੂੰ ਆਪਦੇ ਗਵਰਨਰਾਂ 'ਚ ਅੱਗੇ ਵੰਡ ਕੇ, ਹੈ ਨਾ, ਉਹਨਾਂ ਨੂੰ ਇੱਥੇ ਜਿਹੜੇ ਹੈਗੇ ਕਰਤਾ ਧਰਤਾ ਲਾ ਕੇ ਖੁਦ ਵਾਪਸ ਜਾ ਵੜਿਆ ਅਤੇ 323 ਈਸਵੀ ਦੇ ਵਿੱਚ ਬੇਬੀਲੋਨ 'ਚ ਉਹਦੀ ਮੌਤ ਹੋ ਗਈ। ਇੱਥੇ ਸਿਕੰਦਰ ਨੇ ਜਿਹੜਾ ਸਿਕੰਦਰ ਦਾ ਇੱਕ ਗਵਰਨਰ ਸੀ ਜਿਹਦੇ ਕੋਲੇ ਅਫਗਾਨਿਸਤਾਨ ਅਤੇ ਸਿੰਧ ਵਾਲਾ ਇਲਾਕਾ ਸਿਕੰਦਰ ਜਿਹਨੂੰ ਦੇ ਕੇ ਗਿਆ ਸੀ, ਉਹਦਾ ਨਾਮ ਸੀ ਸੈਲੂਅਸ ਨਿਕੇਟਰ। ਅਤੇ ਜਿਹੜਾ ਇੰਡੀਆ ਦਾ ਮੇਨ ਪਾਰਟ ਸੀਗਾ ਉੱਥੇ ਫਿਲਿਪ ਨੂੰ ਦੇ ਕੇ ਗਿਆ ਸੀ। ਫਿਲਿਪ ਦਾ ਕਤਲ ਕਰ ਦਿੱਤਾ ਗਿਆ ਸੀ। ਤਾਂ ਜਦੋਂ ਚੰਦਰਗੁਪਤ ਮੌਰੀਏ ਨੇ ਕੌਟਲਿਆ ਨਾਲ ਮਿਲ ਕੇ ਨੰਦ ਵੰਸ਼ ਦੇ ਰਾਜੇ ਨੂੰ ਹਰਾਤਾ ਅਤੇ ਉਹਨੇ ਆਪ ਦਾ ਰਾਜ ਸਥਾਪਿਤ ਕਰ ਲਿਆ। ਉਸ ਤੋਂ ਬਾਅਦ ਉਹਨੇ ਪੰਜਾਬ 'ਤੇ ਵੀ ਕਬਜ਼ਾ ਕਰ ਲਿਆ। ਤਾਂ ਇੱਥੇ ਇੰਡੀਆ ਦੇ ਵੱਡੇ ਹਿੱਸੇ 'ਤੇ ਰਾਜ ਕਿਹਦਾ ਹੋ ਗਿਆ? ਚੰਦਰਗੁਪਤ ਮੌਰੀਆ ਦਾ ਰਾਜ ਹੋ ਗਿਆ। ਤਾਂ ਸੈਲੂਅਸ ਨਿਕੇਟਰ ਜਿਹੜਾ ਕਿ ਅਫਗਾਨਿਸਤਾਨ ਸਿੰਧ ਵਾਲੇ ਇਲਾਕੇ 'ਤੇ ਰਾਜ ਕਰਦਾ ਸੀ ਅਤੇ ਇੰਡੀਆ ਦੇ ਤੁਸੀਂ ਕਹਿ ਸਕਦੇ ਹੋ ਕਿ ਅੱਜ ਦੇ ਮੱਧ ਪ੍ਰਦੇਸ਼, ਬਿਹਾਰ, ਕਿਉਂਕਿ ਮਗਧ ਪਾਟਲੀਪੁੱਤਰ ਮੇਨ ਇਲਾਕਾ ਸੀ, ਬਿਹਾਰ ਤੋਂ ਲੈ ਕੇ ਪੰਜਾਬ ਵਾਲੇ ਇਲਾਕੇ ਤੱਕ ਜਿਹੜਾ ਰਾਜ ਸੀ ਉਹ ਚੰਦਰਗੁਪਤ ਮੌਰੀਆ ਦਾ ਸੀ। ਤਾਂ ਇਹਨਾਂ ਦੋਨਾਂ ਦੇ ਵਿਚਕਾਰ ਇੱਕ ਯੁੱਧ ਹੁੰਦਾ ਸੈਲੂਅਸ ਨਿਕੇਟਰ ਅਤੇ ਚੰਦਰਗੁਪਤ ਮੌਰੀਆ ਦੇ ਵਿਚਕਾਰ। ਪਰ ਦੋਨਾਂ ਦਾ ਜਿਹੜਾ ਉਸ ਯੁੱਧ ਦਾ ਕੋਈ ਨਤੀਜਾ ਨਹੀਂ ਨਿਕਲਦਾ। ਅੰਤ ਨੂੰ ਇੱਕ ਸੰਧੀ ਹੁੰਦੀ ਆ। ਸੈਲੂਅਸ ਨਿਕੇਟਰ ਆਪਦੀ ਪੁੱਤਰੀ ਦਾ ਵਿਆਹ ਚੰਦਰਗੁਪਤ ਮੌਰੀਆ ਨੂੰ ਕਰ ਦਿੰਦਾ ਜਿਹਦਾ ਨਾਮ ਹੈਲਨ ਸੀ। ਠੀਕ ਹੈ ਜੀ, ਪੁੱਤਰੀ ਦਾ ਵਿਆਹ ਚੰਦਰਗੁਪਤ ਮੌਰੀਆ ਨੂੰ ਕਰ ਦਿੰਦਾ। ਇਸੇ ਦੇ ਬਦਲੇ ਚੰਦਰਗੁਪਤ ਮੌਰੀਆ ਕਹਿੰਦੇ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਥੀ ਸੈਲੂਅਸ ਨਿਕੇਟਰ ਨੂੰ ਭੇਂਟ ਕਰਦਾ ਅਤੇ ਸੈਲੂਅਸ ਨਿਕੇਟਰ ਆਪਦਾ ਇੱਕ ਜਿਹੜਾ ਹੈਗਾ ਫਿਲੋਸਫਰ, ਇੱਕ ਵਿਦਵਾਨ, ਰਾਜਦੂਤ ਬਣਾ ਕੇ ਚੰਦਰਗੁਪਤ ਮੌਰੀਆ ਦੇ ਦਰਬਾਰ 'ਚ ਭੇਜਦਾ ਜਿਹਦਾ ਨਾਮ ਕੀ ਸੀ? ਮੈਕਥਨੀਜ਼ ਜਿਹਦਾ ਨਾਮ ਸੀ। ਮੈਕਥਨੀਜ਼ ਆ ਜਿਹੜਾ ਜੀ ਇਹ 302 BC ਤੋਂ 298 BC, ਇਹ 4 ਸਾਲ ਦਾ ਸਮਾਂ ਜਿਹੜਾ ਇਹ ਚੰਦਰਗੁਪਤ ਮੌਰੀਆ ਦੇ ਦਰਬਾਰ 'ਚ ਰਹਿੰਦਾ ਗਾ। ਠੀਕ ਹੈ ਜੀ। ਫਿਰ 298 BC ਦੇ ਵਿੱਚ ਚੰਦਰਗੁਪਤ ਮੌਰੀਆ ਸੰਥਾਰਨਾ ਕਰਦੇ ਹੋਏ ਕਰਨਾਟਕ ਦੇ ਵਿੱਚ ਆਪਦੀ ਜੈਨਿਜ਼ਮ ਦੇ ਥਰੂ ਜਿਹੜੇ ਹੈਗੇ ਉਹ ਉਹਨਾਂ ਦੀ ਡੈਥ ਹੋ ਜਾਂਦੀ ਹੈ। ਠੀਕ ਹੈ ਜੀ, ਗੱਲ ਕਲੀਅਰ ਹੈ ਜੀ। ਚਲੋ ਜੀ ਅੱਗੇ ਚੱਲਦੇ ਹਾਂ ਜੀ। ਅੱਗੇ ਹੈ ਜੀ ਖਰੋਸਟੀ ਕੀ ਆ ਜੀ, ਹੈ ਨਾ। ਇਹ ਲਿਪੀ ਆ ਜੀ, ਸਕ੍ਰਿਪਟ ਲਿਪੀ ਹੈ ਜੀ ਖਰੋਸਟੀ। ਇਹ ਆਪਸ਼ਨ ਸਹੀ ਆਪਸ਼ਨ ਆ। ਇਹ ਕੋਈ ਸੰਗੀਤ ਸਾਜ਼ ਨਹੀਂ, ਭਾਸ਼ਾ ਨਹੀਂ, ਕਿਤਾਬ ਨਹੀਂ, ਖਰੋਸਟੀ ਲਿਪੀ ਆ ਜੀ। ਖਰੋਸਟੀ ਲਿਪੀ ਜਿਹੜੀ ਬਹੁਤ ਇੰਪੋਰਟੈਂਟ ਲਿਪੀ ਆ, ਪ੍ਰਾਂਤਨ ਲਿਪੀ ਆ ਇਹ ਜੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਆਪਾਂ ਮਤਲਬ ਕਿ ਡੂੰਘਾਈ 'ਚ ਦੇਖੀਏ ਇਸ ਚੀਜ਼ ਨੂੰ, ਹੈ ਨਾ। ਤਾਂ ਖਰੋਸਟੀ ਜਿਹੜੀ ਲਿਪੀ ਆ ਜੀ ਇਹ 2-3 ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਰਾਈਟ ਟੂ ਲੈਫਟ ਉਹ ਹੁੰਦੀ ਆ, ਰਾਈਟ ਲੈਫਟ, ਹੈ ਨਾ। ਜੇ ਮੈਂ ਇਸ ਤਰੀਕੇ ਨਾਲ ਖੜਾ ਰਾਈਟ ਆ ਮੇਰਾ ਲੈਫਟ ਆ ਤਾਂ ਇਸ ਤਰੀਕੇ ਨਾਲ ਲਿਖੀ ਜਾਂਦੀ ਹੈ ਜੀ ਇਹ ਉਰਦੂ ਦੀ ਤਰ੍ਹਾਂ। ਠੀਕ ਹੈ ਜੀ, ਰਾਈਟ ਟੂ ਲੈਫਟ ਲਿਖੀ ਜਾਂਦੀ ਆ। ਇਹ ਭਾਸ਼ਾ ਕਿਹੜੇ ਇਲਾਕੇ ਦੀ ਆ? ਇਹ ਭਾਸ਼ਾ ਦੱਖਣੀ ਅਫਗਾਨਿਸਤਾਨ ਵਾਲੇ ਇਲਾਕੇ ਦੀ ਆ ਜੀ। ਅੱਜ ਵੀ ਇਹ ਅਫਗਾਨਿਸਤਾਨ ਜਾਂ ਈਰਾਨ ਵਾਲੇ ਇਲਾਕਿਆਂ 'ਚ ਇਹਦੇ ਜਿਹੜੇ ਅੰਸ਼ ਉਹ ਪਾਏ ਜਾਂਦੇ ਨੇ, ਜਿਵੇਂ ਸਾਡੇ ਸੰਸਕ੍ਰਿਤ ਦੇ ਕੁਛ ਹੱਦ ਤੱਕ ਜਿਹੜੇ ਹੈਗੇ ਅੰਸ਼ ਪਾਏ ਜਾਂਦੇ ਨੇ। ਤਾਂ ਇਹ ਅਫਗਾਨਿਸਤਾਨ ਅਤੇ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਮਿਡਲ ਏਸ਼ੀਆ ਉੱਥੇ ਇਸ ਲਿਪੀ ਨਾਲ ਸੰਬੰਧਿਤ ਇਲਾਕੇ ਨੇ ਜੀ, ਖਰੋਸਟੀ ਲਿਪੀ ਜੀ। ਅੱਗੇ ਚੱਲਦੇ ਹਾਂਜੀ। ਹੂ ਨੋ ਐਜ਼ ਏ ਪਿਯਦਰਸ਼ੀ ਵੀ ਬੋਲ ਦਿੰਦੇ ਹਾਂ ਆਪਾਂ ਇਹਨੂੰ ਜੀ, ਹੈ ਨਾ। ਪ੍ਰਿਆ ਸ਼੍ਰੀ ਵੀ ਕਈ ਸਾਰੇ ਨਾਮ ਨੇ, ਅਸ਼ੋਕ ਦੇ ਨਾਮ ਨੇ ਜੀ। ਤਾਂ ਇਹਦੇ 'ਚ ਸੀ ਆਪਸ਼ਨ ਆ ਜਿਹੜੀ ਸਹੀ ਆਪਸ਼ਨ ਆ। 1915 ਦੇ ਵਿੱਚ ਇਸ ਨਾਮ ਬਾਰੇ ਪਤਾ ਲੱਗਿਆ ਜੀ। 1915 ਦੇ ਵਿੱਚ ਇਸ ਨਾਮ ਬਾਰੇ ਪਤਾ ਲੱਗਿਆ। ਬੜੇ ਸਾਰੇ ਅਭਿਲੇਖ ਜਾਂ ਸ਼ਿਲਾ ਲੇਖਾਂ 'ਤੇ ਅਸ਼ੋਕ ਨੂੰ ਇਸ ਨਾਮ ਨਾਲ ਜਾਣਿਆ ਜਾਂਦਾ। ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਇਹ ਅਸ਼ੋਕ ਦਾ ਨਾਮ ਨਹੀਂ, ਉਹਦੀ ਪਦਵੀ ਆ।
ਉਹਨੂੰ ਉਪਾਧੀ ਦਿੱਤੀ ਗਈ ਆ, ਪਰ ਜਿਹੜੇ ਹੈਗੇ ਕੁਛ ਇਤਿਹਾਸਕਾਰ ਇਹ ਮੰਨਦੇ ਨੇ ਕਿ ਇਹ ਅਸ਼ੋਕ ਦਾ ਹੋਰ ਨਾਮ ਆ। ਠੀਕ ਹੈ ਜੀ, ਤਾਂ ਅਸ਼ੋਕਾ ਦਾ ਨਾਮ ਆ ਜੀ। ਅੱਗੇ ਚੱਲਦੇ ਹਾਂ ਜੀ। ਹਾਂਜੀ, ਗੁਪਤ ਕਾਲ ਬਹੁਤ ਸੁਨਹਿਰੀ ਯੁੱਗ ਕਿਹਾ ਜਾਂਦਾ। ਪੁਰਾਤਨ ਇਤਿਹਾਸ ਦਾ ਸੁਨਹਿਰੀ ਯੁੱਗ ਗੁਪਤ ਕਾਲ, ਮੈਡੀਵਲ ਇਤਿਹਾਸ ਦਾ ਸੁਨਹਿਰੀ ਯੁੱਗ ਮੁਗਲ ਕਾਲ, ਜਿਹੜਾ ਸ਼ਾਹਜਹਾਂ ਵਾਲਾ ਪੀਰੀਅਡ ਆ। ਤਾਂ ਆਇਡੈਂਟੀਫਾਈ ਦਾ ਗ੍ਰੇਟ ਮੈਥਮੈਟਿਕ ਕੌਣ ਸੀਗਾ ਜੀ? ਜਿਹੜਾ ਗਣਿਤ ਦੇ ਵਿੱਚ ਗਣਿਤ ਸ਼ਾਸਤਰੀ ਕਹਿੰਦੇ ਨੇ ਆਪਾਂ, ਜੋ ਗੁਪਤ ਕਾਲ ਨਾਲ ਸੰਬੰਧਿਤ ਸੀ, ਤਾਂ ਇਹ ਤੁਸੀਂ ਜਾਣਦੇ ਹੋ ਕਿ ਆਰੀਆ ਭੱਟ ਸੀ ਜੀ। ਇਹ ਆਪਸ਼ਨ ਸਹੀ ਆਪਸ਼ਨ ਆ। ਦਸ਼ਮਲਵ ਦੀ ਗੱਲ ਕਰ ਲਓ ਤੁਸੀਂ, ਹੈ ਨਾ, ਤੁਸੀਂ ਗ੍ਰੰਥਾਂ ਦੀ ਗੱਲ ਕਰ ਲਓ ਕਈ ਸਾਰੇ, ਜਿਵੇਂ ਇੱਕ ਆਰੀਆ ਭੱਟ ਨੇ ਆਰੀਆ ਭੱਟਿਆ ਗ੍ਰੰਥ ਲਿਖਿਆ, ਆਰੀਆ ਸ਼ਸਤਰ ਗ੍ਰੰਥ ਲਿਖਿਆ। ਆਰੀਆ ਭੱਟਿਆ, ਆਰੀਆ ਸ਼ਸਤਰ, ਤੇ ਇੱਕ ਹੈਗਾ ਜੀ 10 ਗੀਤਕ ਸੂਤਰ। 3 ਗ੍ਰੰਥ ਇੰਪੋਰਟੈਂਟ ਨੇ, ਆਰੀਆ ਭੱਟਿਆ, ਆਰੀਆ ਸ਼ਸਤਰ, 10 ਗੀਤਕ ਸੂਤਰ। ਇੱਕ ਕੁਐਸਚਨ ਪਿਛਲੇ ਪੇਪਰ 'ਚ ਇੱਕ ਹੋਰ ਵੀ ਆਇਆ ਹੋਇਆ ਕਿ ਆਰੀਆ ਭੱਟ ਦਾ ਜਨਮ ਕਿੱਥੇ ਹੋਇਆ ਜਾਂ ਕਦੋਂ ਹੋਇਆ? ਤਾਂ 476 ਪਾਟਲੀਪੁੱਤਰ ਦੇ ਵਿੱਚ, ਜੋ ਮਗਧ ਦੀ ਰਾਜਧਾਨੀ ਆ, ਉੱਥੇ ਜਨਮ ਹੋਇਆ ਜੀ ਆਰੀਆ ਭੱਟ ਦਾ 476 ਈਸਵੀ ਵਿੱਚ। ਠੀਕ ਹੈ ਜੀ, ਇਸ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖਣਾ। ਤਾਂ ਇਹਦੀ ਆਪਸ਼ਨ ਹੈਗੀ ਆ ਬਾਣ ਭੱਟ। ਜੇ ਆਪਾਂ ਅੱਗੇ ਵੀ ਗੱਲ ਕਰੀਏ, ਬਾਣ ਭੱਟ ਹਰਸ਼ਵਰਧਨ ਦੇ ਦਰਬਾਰ 'ਚ ਸੀ। ਪਤੰਜਲੀ ਤੁਸੀਂ ਜਾਣਦੇ ਹੋ ਕਿ ਵੈਦਿਕ ਯੋਗ ਸ਼ਾਸਤਰ ਨਾਲ ਜੁੜੇ ਹੋਏ ਨੇ, ਤੇ ਅਸ਼ਵਘੋਸ਼ਾ ਵੀ। ਅੱਗੇ ਚੱਲਦੇ ਹਾਂ ਜੀ। ਹਾਂਜੀ, ਹੂ ਵਾਸ ਦਾ ਪੁਸ਼ਯਮਿਤਰਾ ਸੌਂਗ? ਕੌਣ ਸੀ ਬਈ ਪੁਸ਼ਯਮਿਤਰਾ ਸੌਂਗ? ਇਹ ਵੀ ਇੰਪੋਰਟੈਂਟ ਕੁਐਸਚਨ ਆ ਜੀ। ਪੁਸ਼ਯਮਿਤਰਾ ਸੌਂਗ ਜੋ 185 ਤੋਂ ਪਹਿਲੀ ਗੱਲ ਤਾਂ 149 BC ਸੀ ਆਪਸ਼ਨ ਇਹਦੀ ਸਹੀ ਆਪਸ਼ਨ ਜਨਰਲ ਸੀ ਜੀ। ਇਹਨਾਂ ਨੇ ਸੌਂਗ ਵੰਸ਼ ਦੀ ਨੀਂਹ ਰੱਖੀ ਜੀ। ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਕਿ ਮੌਰੀਆ ਕਾਲ ਦਾ ਅੰਤ ਕਿਹਨੇ ਕੀਤਾ? ਮੌਰੀਅਨ ਵੰਸ਼ ਦਾ ਆਖਰੀ ਰਾਜਾ ਕੌਣ ਸੀ? ਬਰੀਹਦਰਥ, ਹੈ ਨਾ, ਆਖਰੀ ਰਾਜਾ ਸੀ ਮੌਰੀਅਨ। ਅਸ਼ੋਕ ਤੋਂ ਬਾਅਦ ਜਿਹੜੇ ਉਹਨਾਂ ਦੇ ਟੇਲ ਐਂਜਰਸ ਜਾਂ ਅੰਤਮ ਰਾਜੇ ਹੋਏ ਨੇ, ਤਾਂ ਬਰੀਹਦਰਥ ਦੀ ਹੀ ਪੁਸ਼ਯਮਿਤਰਾ ਸੌਂਗ ਨੇ ਹੱਤਿਆ ਕੀਤੀ ਸੀ। ਤੇ ਪੁਸ਼ਯਮਿਤਰਾ ਸੌਂਗ ਨੇ ਮੌਰੀਆ ਕਾਲ ਦੇ ਵਿੱਚ ਅੰਤਮ ਰਾਜੇ ਬਰੀਹਦਰਥ ਦੀ ਹੱਤਿਆ ਕਰਕੇ ਮੌਰੀਆ ਵੰਸ਼ ਦਾ ਅੰਤ ਕਰਤਾ ਤੇ ਸੌਂਗ ਵੰਸ਼ ਦੀ ਸ਼ੁਰੂਆਤ ਕਰਤੀ ਜੀ। ਠੀਕ ਹੈ ਜੀ, ਤਾਂ ਸੀ ਆਪਸ਼ਨ ਇਹਦੀ ਸਹੀ ਆਪਸ਼ਨ ਆ ਜੀ। ਇਹ ਇੱਕ ਜਨਰਲ ਸੀ ਜੀ। ਹਾਂਜੀ, ਕਿਹਦੇ ਰਾਜ ਸਮੇਂ ਹਿਊਨ ਸਾਂਗ ਦਰਬਾਰ 'ਚ? ਹਿਊਨ ਸਾਂਗ ਤੁਸੀਂ ਜਾਣਦੇ ਹੋ ਕਿ ਪਹਿਲੀ ਗੱਲ ਤਾਂ ਹਿਊਨ ਸਾਂਗ ਸੀ ਕੌਣ ਜੀ? ਇੱਕ ਚੀਨੀ ਯਾਤਰੀ ਸੀਗਾ, ਹੈ ਨਾ, ਜਿਹੜਾ ਕਿ ਨਾਲੰਦਾ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਆਇਆ ਸੀਗਾ। ਚੀਨੀ ਯਾਤਰੀ ਕਿਹਦੇ ਦਰਬਾਰ 'ਚ ਆਇਆ? ਤਾਂ ਇਹ ਹਰਸ਼ਵਰਧਨਾ ਦੇ ਸਮੇਂ ਇੱਥੇ ਆਇਆ ਜੀ। ਹਿਊਨ ਸਾਂਗ ਹਰਸ਼ਵਰਧਨ ਦੇ ਸਮੇਂ ਇਹ ਇੰਡੀਆ 'ਚ ਆਇਆ, ਇੱਥੇ ਆਇਆ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਆ ਕਿ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਆ ਕਿ ਇਹ ਚੀਨੀ ਯਾਤਰੀ ਸੀ, ਨਾਲੰਦਾ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਆਇਆ ਸੀ। 643 ਈਸਵੀ ਦੇ ਵਿੱਚ ਹਰਸ਼ਵਰਧਨ ਨੇ ਇੱਕ ਸੰਮੇਲਨ ਕਰਾਇਆ ਸੀ, ਕਨੌਜ ਸੰਮੇਲਨ, ਜਿਹਨੂੰ ਕਿ ਆਪਣਾ ਮੇਲਾ ਕਿਹੜਾ ਲੱਗਦਾ ਮੇਰੇ ਦਿਮਾਗ 'ਚੋਂ ਨਿਕਲ ਗਿਆ, ਕੁੰਭ ਦਾ ਮੇਲਾ, ਹੈ ਨਾ, ਉਹਦੀ ਸ਼ੁਰੂਆਤ ਮੰਨਿਆ ਜਾਂਦਾ ਹੈਗਾ। ਕਨੌਜ ਸੰਮੇਲਨ ਨੂੰ ਬੁੱਧਿਜ਼ਮ ਦੇ ਵਿੱਚ ਕਰਵਾਇਆ ਸੀ। ਹਰ 5 ਸਾਲ ਬਾਅਦ ਇਹ ਮੇਲਾ ਸੰਮੇਲਨ ਹੁੰਦਾ ਸੀ। ਜਦੋਂ ਚੀਨੀ ਯਾਤਰੀ ਹਿਊਨ ਸਾਂਗ ਇੱਥੇ ਆਇਆ ਸੀ ਤਾਂ 643 ਦੇ ਵਿੱਚ ਜੋ ਇਹ ਸੰਮੇਲਨ ਕਰਵਾਇਆ ਗਿਆ, ਉਹਦੀ ਪ੍ਰਧਾਨਗੀ ਵੀ ਹਿਊਨ ਸਾਂਗ ਨੇ ਕੀਤੀ ਸੀਗੀ। ਇਹ ਵੀ ਕੁਐਸਚਨ ਆਉਂਦਾ ਹੁੰਦਾ ਕਿ ਹਿਊਨ ਸਾਂਗ ਕਿਹਨੇ ਪ੍ਰਧਾਨਗੀ ਕੀਤੀ ਹਰਸ਼ਵਰਧਨ ਦੁਆਰਾ ਕਰਾਏ ਗਏ ਸੰਮੇਲਨ ਦੀ? ਤਾਂ ਹਿਊਨ ਸਾਂਗ ਨੇ ਉਹਦੀ ਪ੍ਰਧਾਨਗੀ ਕੀਤੀ ਸੀ ਜੀ। ਇਸ ਚੀਜ਼ ਨੂੰ ਵੀ ਤੁਸੀਂ ਧਿਆਨ 'ਚ ਰੱਖਣਾ। ਅੱਗੇ ਚੱਲਦੇ ਹਾਂ ਜੀ। ਹਾਂਜੀ, ਆਥਰ ਆਫ ਹਰਸ਼ ਚਰਿੱਤਰ ਜੀਵਨੀ ਆ ਜੀ ਹਰਸ਼ਵਰਧਨ ਦੀ, ਹੈ ਨਾ। ਤੇ ਹਰਸ਼ਵਰਧਨ ਦਾ ਦਰਬਾਰ 'ਚ ਸਭ ਤੋਂ ਇੰਪੋਰਟੈਂਟ ਵਿਦਵਾਨ ਕੌਣ ਸੀਗਾ? ਬਾਣ ਭੱਟ ਸੀਗਾ ਜੀ, ਬਾਣ ਭੱਟ। ਤਾਂ ਬਾਣ ਭੱਟ ਇਹਦਾ ਸਹੀ ਆਨਸਰ ਆ। ਬਾਣ ਭੱਟ ਨੇ ਹੀ ਹਰਸ਼ ਚਰਿੱਤਰ ਲਿਖੀ ਸੀਗੀ। ਬਾਣ ਭੱਟ ਨੇ ਇੱਕ ਹੋਰ ਕਿਤਾਬ ਵੀ ਲਿਖੀ ਸੀ ਜਿਹਦਾ ਨਾਮ ਸੀ ਕਦੰਬਰੀ। ਇਹ ਵੀ ਇੰਪੋਰਟੈਂਟ ਆ, ਇੱਕ ਪੇਪਰ 'ਚ ਇਹ ਵੀ ਕੁਐਸਚਨ ਆਇਆ ਹੋਇਆ ਕਿ ਕਦੰਬਰੀ ਦਾ ਲੇਖਕ ਕੌਣ ਆ? ਤਾਂ ਉਹ ਵੀ ਬਾਣ ਭੱਟ ਆ,
ਹੈ ਨਾ। ਜੇ ਇਹਨਾਂ 'ਚ ਤੁਸੀਂ ਦੇਖੋਗੇ ਕਿ ਕਾਲੀਦਾਸ ਗੁਪਤਾਸ ਦੇ ਵੇਲੇ ਆ, ਪਾਨਣੀ ਇਹ ਵੀ ਪੁਰਾਤਨ ਹਿਸਟਰੀ 'ਚ ਆਉਂਦਾ ਜੀ। ਫਿਰ ਤੁਸੀਂ ਹਿਊਨ-ਸਾਂਗ ਦੀ ਗੱਲ ਆਪਾਂ ਹੁਣੇ ਕਰ ਹੀ ਚੁੱਕੇ ਹਾਂ ਕਿ ਹਿਊਨ-ਸਾਂਗ ਤਾਂ ਚੀਨੀ ਯਾਤਰੀ ਸੀਗਾ, ਬਾਣਭੱਟ ਵਿਦਵਾਨ ਸੀਗਾ ਹਰਸ਼ਵਰਧਨ ਦੇ ਦਰਬਾਰ 'ਚ, ਜਿਹਨੇ ਹਰਸ਼ ਚਰਿੱਤਰ ਲਿਖੀ ਤੇ ਕਤੰਬਰੀ ਲਿਖੀ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ ਆਪਾਂ। ਵਾਕਾਟਕਾ ਕੌਣ ਸੀਗੇ ਜੀ? ਇਹ ਦੱਖਣੀ ਰਾਜ ਦੇ ਜਿਹੜੇ ਹੈਗੇ ਰਾਜਵੰਸ਼ 'ਚੋਂ ਸੀਗੇ, ਤੇ ਇੱਥੇ ਜੋ ਆਪਸ਼ਨਸ ਨੇ ਇਹ ਬ੍ਰਾਹਮਣ ਸੀਗੇ ਜੀ, ਬ੍ਰਾਹਮਣ ਸੀਗੇ ਜੀ, ਜੋ ਵਾਕਾਟਕ ਵੰਸ਼ ਨਾਲ ਸੰਬੰਧਿਤ ਲੋਕ ਸੀ, ਦੱਖਣੀ ਰਾਜ 'ਚ ਸੀਗੇ। ਤੀਸਰੀ ਸਦੀ ਦੇ ਅੱਧ ਦੇ ਵਿੱਚ, ਮੈਂ ਈਸਵੀ ਦੀ ਗੱਲ ਕਰ ਰਿਹਾ ਕਿ ਤੀਸਰੀ ਸਦੀ ਦੇ ਅੱਧ ਦੇ ਵਿੱਚ ਇਹ ਰਾਜ ਦੱਖਣੀ ਭਾਰਤ ਦੇ ਵਿੱਚ ਸਥਾਪਿਤ ਹੋਇਆ ਸੀ। ਇਹ ਬ੍ਰਾਹਮਣਾਂ ਦਾ ਰਾਜ ਸੀਗਾ ਜੀ, ਜਿਸ ਨੂੰ ਵਾਕਾਟਕ ਵੰਸ਼ ਦੇ ਨਾਮ ਨਾਲ ਅਸੀਂ ਜਾਣਦੇ ਹਾਂ। ਅੱਗੇ ਚੱਲਦੇ ਹਾਂ ਜੀ। ਹਾਂਜੀ, ਕੋਰ ਆਫ ਚਰਵਾਕਾ ਫਿਲਾਸਫੀ, ਇਹ ਪ੍ਰਾਂਤਨ ਇੰਡੀਆ ਦੀ ਫਿਲਾਸਫੀ ਆ ਜੀ। ਤੁਸੀਂ ਮੰਨ ਕੇ ਚਲੋ ਕਿ 11ਵੀਂ ਸਦੀ ਦੇ ਲਗਭਗ ਇਹ 11ਵੀਂ ਸਦੀ ਨਹੀਂ, ਉਸ ਤੋਂ ਵੀ ਪ੍ਰਾਂਤਨ ਫਿਲਾਸਫੀ ਹੈ ਇਹ, ਜਿਹਨੂੰ ਤੁਸੀਂ ਚਰਵਾਕਾ ਫਿਲਾਸਫੀ ਦਾ ਨਾਮ ਦਿੰਦੇ ਹੋ ਜੀ। ਇਹ ਪ੍ਰਾਂਤਨ ਫਿਲਾਸਫੀ ਦੇ ਵਿੱਚ ਮਟੀਰੀਅਲਿਜ਼ਮ ਨਾਲ ਜੁੜੀ ਹੋਈ ਫਿਲਾਸਫੀ ਹੈ, ਜਿਵੇਂ ਕਿ ਨਵੀਨ ਭਾਰਤ ਦੇ ਵਿੱਚ ਮਟੀਰੀਅਲਿਜ਼ਮ ਦੇ ਨਾਲ ਜੁੜੀ ਹੋਈ ਫਿਲਾਸਫੀ ਹੈ ਜਿਹੜੀ ਉਹ ਮਾਰਕਸਿਜ਼ਮ ਨੂੰ ਕਹਿੰਦੇ ਹਾਂ ਅਸੀਂ, ਮਤਲਬ ਕਿ ਮਟੀਰੀਅਲ ਤੇ। ਚਰਵਾਕਾ ਫਿਲਾਸਫੀ ਵੇਦਾਂ ਦੇ ਗਿਆਨ ਨੂੰ, ਸੰਸਕ੍ਰਿਤ ਬ੍ਰਾਹਮਣਿਜ਼ਮ, ਕਰਮ ਦਾ ਸਿਧਾਂਤ ਕਿ ਜਿਹੋ ਜਿਹੇ ਤੁਸੀਂ ਕੰਮ ਕਰੋਗੇ ਅਗਲੀ ਲਾਈਫ ਦੇ ਵਿੱਚ ਤੁਹਾਨੂੰ ਉਹੀ ਜਿਹੀ ਜ਼ਿੰਦਗੀ ਮਿਲੂ, ਮੋਕਸ਼ ਦੀ ਪ੍ਰਾਪਤੀ, ਇਹਨਾਂ ਸਾਰੀਆਂ ਗੱਲਾਂ ਦਾ ਇਹਨਾਂ ਨੇ ਵਿਰੋਧ ਕੀਤਾ ਚਰਵਾਕਾ ਫਿਲਾਸਫੀ ਨੇ। ਤੇ ਚਰਵਾਕਾ ਫਿਲਾਸਫੀ ਬੇਸਡ ਕਾਹਦੇ ਤੇ ਆ? ਮਟੀਰੀਅਲਿਜ਼ਮ ਤੇ, ਪਦਾਰਥਵਾਦ ਤੇ ਬੇਸਡ ਆ ਜੀ। ਇਹ ਬਹੁਤ ਇੰਪੋਰਟੈਂਟ ਕੁਐਸਚਨ ਆ। ਅੱਗੇ ਚੱਲਦੇ ਹਾਂ ਜੀ। ਪ੍ਰਤੀਹਾਰਾਂ ਦਾ ਰਾਜ ਕਿੱਥੇ ਸੀਗਾ ਜੀ? ਗੁਰਜਰ ਪ੍ਰਤੀਹਾਰ, ਹੈ ਨਾ। ਪਿੱਛੇ ਜਿਹੇ ਵੀ ਇੱਕ ਟੀਵੀ ਤੇ ਨਿਊਜ਼ ਆਈ ਸੀ ਕਿ ਇਹਨਾਂ ਦਾ ਜਿਹੜਾ ਰਾਜਾ ਸੀਗਾ ਉਸ ਨੂੰ ਲੈ ਕੇ ਕਿ ਗੁਰਜਰ ਕਹਿੰਦੇ ਸਾਡਾ ਰਾਜਾ, ਰਾਜਪੂਤ ਕਹਿੰਦੇ ਸਾਡਾ ਰਾਜਾ, ਤਾਂ ਉਹਨੂੰ ਲੈ ਕੇ ਕਾਫੀ ਕੰਟਰੋਵਰਸੀ ਹੋਈ। ਪਰ ਸਾਡਾ ਇੱਥੇ ਕੁਐਸਚਨ ਹੈ ਕਿ ਕਿੱਥੋਂ ਦੇ ਰਾਜੇ ਸੀਗੇ? ਇਹ ਨਾਰਥ ਇੰਡੀਆ ਦੇ ਰਾਜੇ ਸੀਗੇ ਜੀ। ਇਹ ਗੁਰਜਰ ਪ੍ਰਤੀਹਾਰ ਸੀਗੇ ਜਿਹੜੇ ਨਾਰਥ ਇੰਡੀਆ ਦੇ ਰਾਜੇ। ਤੁਸੀਂ ਯਾਦ ਕਰੋ ਕਿ ਜਿਹੜੀ ਤਿੱਕੜੀ ਸੀਗੀ, ਹੈ ਨਾ, ਗੁਰਜਰ ਪ੍ਰਤੀਹਾਰ, ਪਾਲ ਵੰਸ਼ ਤੇ ਰਾਸ਼ਟਰਕੂਟ, ਉਹ ਜਿਹੜੇ ਕਨੌਜ ਨੂੰ ਲੈ ਕੇ ਸੰਘਰਸ਼ ਹੋਇਆ, ਉਸੇ ਸੰਘਰਸ਼ 'ਚੋਂ ਨਿਕਲੇ ਹੋਏ ਰਾਜੇ ਸੀ ਨਾਰਥ ਇੰਡੀਆ ਦੇ। ਮਤਲਬ ਕਿ ਰਾਜਸਥਾਨ ਦੇ ਕੁਛ ਇਲਾਕੇ, ਗੁਜਰਾਤ ਦੇ ਕੁਛ ਇਲਾਕੇ, ਉੱਥੇ ਇਹਨਾਂ ਦਾ ਜਿਹੜਾ ਹੈਗਾ ਰਾਜ ਸੀਗਾ। ਤਾਂ ਨਾਰਥ ਇੰਡੀਆ ਦੇ ਇਹ ਰਾਜੇ ਸੀਗੇ ਜੀ, ਜਾਂ ਉੱਥੇ ਇਹਨਾਂ ਦੀ ਡੋਮੀਨੈਂਸ ਸੀ। ਚੁਗਾਨ ਖੇਡਦੇ ਹੋਏ ਪੋਲੋ, ਹੈ ਨਾ, ਉਹ ਗੇਮ ਹੁੰਦੀ ਆ ਨਾ ਕਿ ਘੋੜੇ 'ਤੇ ਬੈਠ ਕੇ ਉਹ ਇੱਕ ਹਾਕੀ ਦੀ ਤਰ੍ਹਾਂ ਖੇਡੀ ਜਾਂਦੀ ਹੈ, ਚੁਗਾਨ ਬੋਲਦੇ ਉਹਨੂੰ, ਪੋਲੋ, ਹੈ ਨਾ। ਇਹ ਖੇਡਦੇ ਹੋਏ ਕਿਹੜੇ ਰਾਜੇ ਦੀ ਡੈਥ ਹੋਈ ਸੀ? ਤਾਂ ਸੀ ਆਪਸ਼ਨ ਹੈਗੀ ਆ ਜੀ, ਕੁਤਬਦੀਨ ਐਬਕ ਦੀ ਡੈਥ ਹੋਈ ਸੀ। ਲਾਹੌਰ ਦੇ ਵਿੱਚ ਇਹ ਡੈਥ ਹੋਈ ਸੀ। ਲਾਹੌਰ ਦੇ ਵਿੱਚ ਹੀ ਕੁਤਬਦੀਨ ਐਬਕ ਨੂੰ ਦਫਨਾ ਦਿੱਤਾ ਗਿਆ ਸੀ। ਕੁਤਬਦੀਨ ਐਬਕ ਦੀ ਰਾਜਧਾਨੀ ਵੀ ਲਾਹੌਰ ਹੀ ਸੀ। ਅੱਗੇ ਚੱਲ ਕੇ ਇਲਤੁਤਮਿਸ਼ ਨੇ ਇਸ ਰਾਜਧਾਨੀ ਨੂੰ ਬਦਲ ਕੇ ਦਿੱਲੀ ਕੀਤਾ ਸੀਗਾ। ਪਰ ਕੈਪੀਟਲਸ ਆਫ ਇੰਡੀਆ ਵਾਲੇ ਚੈਪਟਰ ਦੇ ਵਿੱਚ ਇਸ ਰਾਜਧਾਨੀਆਂ ਬਾਰੇ ਕਾਫੀ ਡਿਟੇਲ 'ਚ ਗੱਲ ਕੀਤੀ ਹੋਈ ਹੈ, ਤੁਸੀਂ ਉਹ ਦੇਖ ਸਕਦੇ ਹੋਗੇ। ਤਾਂ ਕੁਤਬਦੀਨ ਐਬਕ ਤੁਸੀਂ ਜਾਣਦੇ ਹੋ ਕਿ ਇਹ ਕਿਹਦਾ ਜਰਨਲ ਸੀਗਾ? ਇਹ ਮੁਹੰਮਦ ਗੌਰੀ ਦਾ ਸੀ। ਮੁਹੰਮਦ ਗੌਰੀ ਨੇ ਜਦੋਂ ਇੰਡੀਆ ਨੂੰ ਜਿੱਤਿਆ ਤਾਂ ਉਸਨੇ ਆਪਦੇ ਇਸ ਇਲਾਕੇ ਨੂੰ 4 ਜਰਨਲਾਂ ਦੇ ਵਿੱਚ ਵੰਡਦਾ, ਜਿਹ 'ਚ ਜ਼ਲਦੌਜ ਸੀ, ਬਖਤਿਆਰ ਖਿਲਜੀ ਸੀ, ਕੁਤਬਦੀਨ ਐਬਕ ਸੀ, ਇੱਕ ਹੋਰ ਸੀ ਮੇਰੇ ਨਾਮ ਨਹੀਂ ਯਾਦ। ਤਾਂ ਉਹਨਾਂ 4ਾਂ ਦੇ ਵਿੱਚੋਂ ਜੋ ਕੁਤਬਦੀਨ ਐਬਕ ਸੀ ਇਹਦੇ ਕੋਲ ਦਿੱਲੀ ਤੇ ਮੇਰਠ, ਲਾਹੌਰ ਵਾਲੇ ਇਲਾਕੇ ਸੀ। ਤਾਂ 1206 ਦੇ ਵਿੱਚ ਕੁਤਬਦੀਨ ਐਬਕ ਗੱਦੀ 'ਤੇ ਬੈਠਦਾ ਤੇ ਦਾਸ ਵੰਸ਼ ਦਾ ਇਹ ਪਹਿਲਾ ਸ਼ਾਸਕ ਸੀ। ਹਾਲਾਂਕਿ ਅਸਲੀ ਸੰਸਥਾਪਕ ਦਾਸ ਵੰਸ਼ ਦਾ ਇਲਤੁਤਮਿਸ਼ ਨੂੰ ਮੰਨਿਆ ਜਾਂਦਾ, ਤੇ ਪਹਿਲਾ ਸੰਸਥਾਪਕ ਸੀ ਇਹ, ਮਤਲਬ ਕਿ ਪਹਿਲਾ ਸ਼ਾਸਕ ਸੀ। 1210 ਦੇ ਵਿੱਚ ਲਾਹੌਰ ਦੇ ਵਿੱਚ ਚੁਗਾਨ ਖੇਡਦੇ ਇਹਦੀ ਮੌਤ ਹੋ ਗਈ ਸੀਗੀ ਜੀ, ਉੱਥੇ ਹੀ ਇਹਦਾ ਮਕਬਰਾ। ਅੱਗੇ ਚੱਲਦੇ ਹਾਂ ਜੀ। ਸੁਹਰਾਵਰਦੀ ਕੌਣ ਸੀ ਜੀ? ਇਹ ਸੂਫੀ ਆਰਡਰ ਸੀਗਾ ਜੀ ਇੱਕ। ਭਾਰਤ ਦੇ ਵਿੱਚ 11ਵੀਂ-12ਵੀਂ ਸਦੀ ਦੇ ਵਿੱਚ ਸੂਫੀਜ਼ਮ ਦੀ ਸ਼ੁਰੂਆਤ ਹੁੰਦੀ ਆ, ਚਾਹੇ ਤੁਸੀਂ ਅਜਮੇਰ ਵਾਲੀ ਦਰਗਾਹ ਦੀ ਗੱਲ ਕਰ ਲਓ, ਹੈ ਨਾ। ਤਾਂ ਉਸ ਸਮੇਂ 'ਤੇ ਸੂਫੀਜ਼ਮ ਦੀ ਸ਼ੁਰੂਆਤ ਹੁੰਦੀ ਹੈ। ਸੁਹਰਾਵਰਦੀ ਵੀ ਇੱਕ ਸਿਲਸਿਲਾ ਉਹਨਾਂ ਦਾ ਸੂਫੀਜ਼ਮ ਦਾ ਹੀ। ਤਾਂ ਇਹ ਸੂਫੀ ਆਰਡਰ ਸੀਗਾ ਜੀ, ਇਸਲਾਮ ਦੀ, ਮਤਲਬ ਕਿ ਤੁਸੀਂ ਕਹਿ ਸਕਦੇ ਹੋ ਕਿ ਇੱਕ ਪਾਰਟ ਇਸਲਾਮ 'ਚੋਂ ਨਿਕਲੇ ਹੋਏ ਸਿਲਸਿਲੇ, ਜਿਵੇਂ ਕਿ ਹਰ ਧਰਮ 'ਚੋਂ ਅੱਗੇ ਦੀ ਅੱਗੇ ਕੁਛ ਨਾ ਕੁਛ ਨਵਾਂ ਨਿਕਲਦਾ ਰਹਿੰਦਾ, ਉਸੇ ਤਰੀਕੇ ਨਾਲ ਸੂਫੀ ਆਰਡਰ ਸੀਗਾ ਜੀ ਇਹ। ਅੱਗੇ ਚੱਲਦੇ ਹਾਂ ਜੀ ਅਸੀਂ। ਮੈਂਸ਼ਨ ਦਾ ਓਰੀਜਨਲ ਨੇਮ ਆਫ ਸ਼ੇਰ ਸ਼ਾਹ ਸੂਰੀ, ਤਾਂ ਇਹਦੀ ਸਹੀ ਆਪਸ਼ਨ ਹੈਗੀ ਹੈ ਜੀ ਡੀ, ਫਰੀਦ। ਫਰੀਦ ਇਹਨਾਂ ਦਾ, ਫਰੀਦ ਖਾਨ, ਬੇਸਿਕਲੀ ਫਰੀਦ ਖਾਨ ਸ਼ੇਰ ਸ਼ਾਹ ਸੂਰੀ ਦਾ ਅਸਲੀ ਨਾਮ ਸੀ, ਜਾਂ ਬਚਪਨ ਦਾ ਨਾਮ ਸੀ ਤੁਸੀਂ ਕਹਿ ਲਓ। ਉਸ ਤੋਂ ਬਾਅਦ ਬਹਾਰ ਖਾਂ,
ਬਿਹਾਰ ਦਾ ਜਿਹੜਾ ਸ਼ਾਸਕ ਸੀ ਜਿਸ ਦੇ ਅਧੀਨ ਫਰੀਦ ਖਾਨ ਜਾਂ ਸ਼ੇਰ ਸ਼ਾਹ ਸੂਰੀ ਨੌਕਰੀ ਕਰਦਾ ਸੀਗਾ, ਹੈ ਨਾ। ਬਹਾਰ ਖਾਨ ਹੀ ਕਹਿੰਦੇ ਆ ਨਾਮ, ਫਰੀਦ ਖਾਨ ਨੂੰ ਨਾਮ ਸ਼ੇਰ ਸ਼ਾਹ ਦਾ ਨਾਮ ਬਹਾਰ ਖਾਨ ਨੇ ਦਿੱਤਾ ਸੀ, ਕਿਉਂਕਿ ਇਹਦੇ ਨਾਲ ਇੱਕ ਸਟੋਰੀ ਜੁੜੀ ਹੋਈ ਆ ਕਿ ਦੋਨੋਂ ਸ਼ਿਕਾਰ 'ਤੇ ਜਾਂਦੇ ਨੇ ਅਤੇ ਫਰੀਦ ਇੱਕ ਸ਼ੇਰ ਨੂੰ ਮਾਰ ਦਿੰਦਾ ਜਿਹਨੇ ਬਹਾਰ ਖਾਨ 'ਤੇ ਹਮਲਾ ਕੀਤਾ ਸੀ, ਤਾਂ ਇਹਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਉਸਨੇ ਇਹਨੂੰ ਸ਼ੇਰ ਖਾਨ ਦੀ ਉਪਾਧੀ ਦੇ ਦਿੱਤੀ, ਤਾਂ ਜਿਸ ਕਰਕੇ ਸ਼ੇਰ ਖਾਨ ਸੂਰੀ ਦਾ ਜਿਹੜਾ ਹੈਗਾ ਅੱਗੇ ਜਾ ਕੇ ਇਹਨਾਂ ਦਾ ਨਾਮ ਪ੍ਰਚਲਿਤ ਹੋਇਆ। ਜਦੋਂ ਕਨੌਜ ਬੈਲਗ੍ਰਾਮ ਵਾਲੀਆਂ ਲੜਾਈਆਂ ਵੀ ਜਿੱਤਦੇ ਨੇ ਤਾਂ ਉਦੋਂ ਵੀ ਇਹ ਉਪਾਧੀ ਲੈਤੀ ਗਈ ਸ਼ੇਰ ਸ਼ਾਹ ਸੂਰੀ ਦੁਆਰਾ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਜੈਉਦੀਨ ਬਰਨੀ ਕੌਣ ਸੀ ਬਈ? ਸੁਲਤਾਨ ਸੀ, ਹਿਸਟੋਰੀਅਨ ਸੀ, ਜਨਰਲ ਸੀ ਜਾਂ ਕੋਈ ਸੂਫੀ ਸੀ? ਤਾਂ ਇਹਦਾ ਸਹੀ ਆਨਸਰ ਹੈਗਾ ਜੀ ਹਿਸਟੋਰੀਅਨ ਸੀਗਾ ਜੀ ਜੈਉਦੀਨ ਬਰਨੀ। ਜੈਉਦੀਨ ਬਰਨੀ ਮੁਹੰਮਦ ਬਿਨ ਤੁਗਲਕ ਦੇ ਦਰਬਾਰ ਦੇ ਵਿੱਚ ਸੀ, ਫਿਰ ਉਸ ਤੋਂ ਬਾਅਦ ਫਿਰੋਜ਼ ਸ਼ਾਹ ਤੁਗਲਕ ਦੇ ਦਰਬਾਰ ਦੇ ਵਿੱਚ ਸੀਗਾ। ਤੁਗਲਕ ਵੰਸ਼ ਦੇ ਸਮੇਂ ਜੈਉਦੀਨ ਬਰਨੀ ਇਤਿਹਾਸਕਾਰ ਸੀਗਾ। ਜੈਉਦੀਨ ਬਰਨੀ ਨੇ ਲਿਖਿਆ ਸੀ ਕਿ ਜਦੋਂ ਮੁਹੰਮਦ ਬਿਨ ਤੁਗਲਕ ਦੀ ਡੈਥ ਹੁੰਦੀ ਆ ਕਿ ਚਲੋ ਅੰਤ ਲੋਕਾਂ ਨੂੰ ਇਹਦੇ ਤੋਂ ਛੁਟਕਾਰਾ ਮਿਲਿਆ ਅਤੇ ਇਹਨੂੰ ਲੋਕਾਂ ਤੋਂ ਛੁਟਕਾਰਾ ਮਿਲਿਆ। ਬੜੀ ਇੱਕ ਸਟਾਇਰ ਆ, ਹੈ ਨਾ, ਹਿਸਟਰੀ ਦੇ ਵਿੱਚ ਇਹ ਕੋਟ ਕੀਤਾ ਜਾਂਦਾ ਇਹਨੂੰ। ਤਾਂ ਜੈਉਦੀਨ ਬਰਨੀ ਮੁਹੰਮਦ ਬਿਨ ਤੁਗਲਕ ਅਤੇ ਫਿਰੋਜ਼ ਸ਼ਾਹ ਤੁਗਲਕ ਦਾ ਦਰਬਾਰੀ ਸੀਗਾ ਇਹ ਜੈਉਦੀਨ ਬਰਨੀ, ਜਿਹੜਾ ਕਿ ਇਤਿਹਾਸਕਾਰ ਸੀਗਾ ਜੀ। ਅੱਗੇ ਚੱਲਦੇ ਹਾਂ ਜੀ। ਹਾਂਜੀ, ਅਬੁਲ ਫਜ਼ਲ ਕੌਣ ਸੀਗਾ ਜਾਂ ਕਿਹਦੇ ਦਰਬਾਰ 'ਚ ਸੀਗਾ ਅਬੁਲ ਫਜ਼ਲ? ਤਾਂ ਅਬੁਲ ਫਜ਼ਲ ਬਹੁਤ ਵੱਡਾ ਨਾਮ ਆ, ਇਹ ਜੀ ਅਕਬਰ ਦੇ ਦਰਬਾਰ 'ਚ ਸੀਗਾ ਅਬੁਲ ਫਜ਼ਲ, ਵੱਡਾ ਨਾਮ ਆ ਇਹ। ਅਬੁਲ ਫਜ਼ਲ ਅਕਬਰ ਦੇ ਦਰਬਾਰ ਦੇ ਵਿੱਚ ਸੀਗਾ ਜੀ। ਠੀਕ ਹੈ ਜੀ, ਇਹਨੇ ਇੱਕ ਬਹੁਤ ਮਸ਼ਹੂਰ ਰਚਨਾ ਆਈਨ ਏ ਅਕਬਰੀ, ਆਈਨ ਏ ਅਕਬਰੀ ਲਿਖੀ ਜੀ ਅਬੁਲ ਫਜ਼ਲ ਨੇ। ਆਈਨ ਏ ਅਕਬਰੀ ਦੇ 3 ਪਾਰਟ ਨੇ ਜੀ, 3 ਭਾਗ ਨੇ ਆਈਨ ਏ ਅਕਬਰੀ ਦੇ। ਠੀਕ ਹੈ ਜੀ, ਇਸੇ ਦਾ 3rd ਪਾਰਟ ਆ ਜਿਹੜਾ ਆਈਨ ਏ ਅਕਬਰੀ ਦਾ, ਉਹਨੂੰ ਤੁਸੀਂ ਅਕਬਰ ਨਾਮਾ ਕਹਿੰਦੇ ਹੋ ਜੀ, ਅਕਬਰ ਦੀ ਜੀਵਨੀ। ਇਹਦੇ ਪਹਿਲੇ 2 ਪਾਰਟਸ ਦੇ ਵਿੱਚ ਅਕਬਰ ਦੇ ਪ੍ਰਸ਼ਾਸਨ ਐਰਾ ਵਗੈਰਾ ਹੋਰ ਹਿਸਾਬ ਕਿਤਾਬ ਉਹਨਾਂ ਬਾਰੇ ਜਾਣਕਾਰੀ ਆ। ਤੀਸਰਾ ਪਾਰਟ ਆ ਜਿਹੜਾ ਉਹ ਅਕਬਰਨਾਮਾ। ਠੀਕ ਹੈ ਜੀ, ਤਾਂ ਇਹ ਅਬੁਲ ਫਜ਼ਲ ਨੇ ਲਿਖਿਆ, ਅਕਬਰ ਦੇ ਦਰਬਾਰ 'ਚ ਸੀ, ਬਹੁਤ ਇੰਪੋਰਟੈਂਟ ਆ ਜੀ। ਬਲਬਨ ਤੁਸੀਂ ਜਾਣਦੇ ਹੋ ਕਿ ਰਾਜਾ ਸੀ ਜਿਹਨੇ 40 ਦਾ ਅੰਤ ਕੀਤਾ ਸੀ, ਹੈ ਨਾ, ਲਹੂ ਤੇ ਲੋਹੇ ਦੀ ਨੀਤੀ ਅਪਣਾਈ। ਫਿਰੋਜ਼ ਤੁਗਲਕ ਵੀ ਇੱਕ ਰਾਜਾ ਸੀਗਾ ਤੁਗਲਕ ਵੰਸ਼ ਦਾ, ਜਿਹਨੇ ਕਾਫੀ ਸਾਰੇ ਸ਼ਹਿਰ ਵਸਾਏ ਵਗੈਰਾ ਵਗੈਰਾ ਕਈ ਕੰਮ। ਅਤੇ ਬਾਬਰ ਵੀ ਤੁਸੀਂ ਜਾਣਦੇ ਹੋ ਕਿ ਜਿਹਨੇ ਮੁਗਲ ਕਾਲ ਦੀ ਇੱਥੇ ਨੀਂਹ ਰੱਖੀ, ਹੈ ਨਾ, ਅਤੇ ਤੁਝਕੇ ਬਾਬਰੀ ਉਹਦਾ ਆਟੋਬਾਇਓਗ੍ਰਾਫੀ ਆ, 1526 ਵਾਲੀ ਵਾਰ ਜਿੱਤੀ ਉਹਨੇ, ਉਹੀ ਬਾਬਰ। ਅਤੇ ਅਕਬਰ ਤਾਂ ਚਲੋ ਆਪਾਂ ਗੱਲ ਕਰ ਹੀ ਲਈ ਇਹਦੇ ਬਾਰੇ। ਅੱਗੇ ਚੱਲਦੇ ਹਾਂ ਜੀ। ਹਾਂਜੀ, ਪਰਸਨ ਹੋਲਡਿੰਗ ਰੈਂਕ ਬਿਲੋ 500 ਜ਼ਾਤ ਵਰ ਕਾਲਡ। ਇਹ ਮਨਸਬਦਾਰੀ ਜਿਹੜੀ ਪ੍ਰਣਾਲੀ ਸੀ, ਜਿਹੜੀ ਅਕਬਰ ਨੇ ਇੱਕ ਪ੍ਰਸ਼ਾਸਨਿਕ ਪ੍ਰਬੰਧ ਇੱਥੇ ਚਲਾਇਆ ਸੀਗਾ ਜੀ, ਉਹਦੇ 'ਚੋਂ ਕੁਐਸਚਨ ਆ। 500 ਤੋਂ ਘੱਟ ਵਾਲੇ ਜਿਹੜੇ ਜ਼ਾਤ ਵਾਲੇ ਲੋਕ ਸੀ, ਜ਼ਾਤ ਤੇ ਸਵਾਰ, ਜ਼ਾਤ ਤੇ ਸਵਾਰ 2 ਅਹੁਦੇ ਸੀ ਜਿਨ੍ਹਾਂ ਦੇ ਬੇਸ 'ਤੇ ਬੰਦੇ ਦਾ ਪਤਾ ਲੱਗਦਾ ਸੀ ਕਿ ਉਹ ਕਿਹੜੇ ਰੈਂਕ ਨਾਲ ਸੰਬੰਧਿਤ ਆ, ਉੱਚ ਦਰਜੇ ਦਾ, ਵਿਚਕਾਰਲਾ ਜਾਂ ਡਾਊਨ ਦਰਜੇ ਦਾ, ਜਾਂ ਕਿਹੜੀ ਪਦਵੀ 'ਤੇ ਉਹ, ਹੈ ਨਾ, ਉਹ ਚੀਜ਼ ਸੀ। 500 ਤੋਂ ਘੱਟ ਵਾਲਿਆਂ ਨੂੰ ਜੀ ਮਨਸਬਦਾਰ ਕਿਹਾ ਜਾਂਦਾ ਸੀ। 500 ਤੋਂ ਘੱਟ ਵਾਲਿਆਂ ਨੂੰ ਮਨਸਬਦਾਰ ਕਿਹਾ ਜਾਂਦਾ ਸੀਗਾ। ਜਿਹੜੇ 500 ਤੋਂ 2500 ਦੇ ਵਿੱਚ ਸੀਗੇ, 500 ਤੋਂ 2500 ਦੇ ਵਿੱਚ ਵਾਲੇ ਜ਼ਾਤ ਵਾਲੇ ਸੀਗੇ, 500 ਜ਼ਾਤ ਤੋਂ 2500, ਉਹ ਉਹਨਾਂ ਨੂੰ ਅਮੀਰ ਕਿਹਾ ਜਾਂਦਾ ਸੀਗਾ ਜੀ। ਠੀਕ ਹੈ ਜੀ, ਅਤੇ 2500 ਪਲੱਸ ਵਾਲਿਆਂ ਨੂੰ ਉਮਰ ਉਮਦਾ ਕਿਹਾ ਜਾਂਦਾ ਸੀਗਾ ਜੀ। ਠੀਕ ਹੈ ਜੀ, ਅਤੇ ਇਸ ਤੋਂ ਵੀ ਪਲੱਸ ਵਾਲਿਆਂ ਨੂੰ ਜਦੋਂ ਅਸੀਂ ਗੱਲ ਕਰਦੇ ਸੀ, ਜਿਹੜੇ ਕਿ ਖਾਸ ਰਾਜਸੀ ਘਰਾਣਿਆਂ 'ਚੋਂ ਸੀ ਜਾਂ ਫਿਰ ਜਿਹੜੇ ਬਹੁਤ ਵੱਡੇ ਮਨਸਬਦਾਰ ਸੀ, ਉਹਨਾਂ ਨੂੰ ਉਮਦਾ ਆਜ਼ਮ ਕਿਹਾ ਜਾਂਦਾ ਸੀਗਾ ਜੀ। ਠੀਕ ਹੈ ਜੀ, ਤਾਂ ਆਈ ਹੋਪ ਤੁਸੀਂ ਇਸ ਚੀਜ਼ ਨੂੰ ਸਮਝ ਗਏ ਹੋਵੋਗੇ। ਅੱਗੇ ਚੱਲਦੇ ਹਾਂ ਜੀ। ਇਹ ਸਿੰਪਲ ਕੁਐਸਚਨ ਆ ਜੀ ਕਿ ਔਰੰਗਜ਼ੇਬ ਦੀ ਡੈਥ ਕਦੋਂ ਹੁੰਦੀ ਹੈ ਜੀ? ਤਾਂ ਇਹ ਤੁਸੀਂ ਜਾਣਦੇ ਹੋ ਕਿ 3 ਮਾਰਚ, ਜੇ ਆਪਾਂ ਇਹਨੂੰ ਡੇਟ 'ਚ ਵੀ ਦੇਖੀਏ, 3 ਮਾਰਚ 1708 ਦੇ ਵਿੱਚ ਔਰੰਗਜ਼ੇਬ ਦੀ ਜਿਹੜੀ ਆ ਉਹ ਡੈਥ ਹੁੰਦੀ ਹੈ ਜੀ। ਮੁਗਲ ਕਾਲ ਦਾ ਇਹ ਅੰਤਮ ਸ਼ਕਤੀਸ਼ਾਲੀ ਰਾਜਾ ਸੀ। ਇਸ ਤੋਂ ਬਾਅਦ ਮੁਗਲ ਕਾਲ ਆ ਜਿਹੜਾ ਉਹ ਹੌਲੀ ਹੌਲੀ ਜਿਹੜਾ ਡਿਕਲਾਈਨ ਵੱਲ ਨੂੰ ਜਾ। ਵਾਸਕੋ ਡੀ ਗਾਮਾ ਕਦੋਂ ਆਇਆ ਬਈ? ਕਾਲੀਕਟ 'ਚ ਕਦੋਂ ਆਇਆ ਉਹ? ਤਾਂ ਇਹ 1498 ਦੇ ਵਿੱਚ ਕਾਲੀਕਟ ਕੇਰਲ 'ਚ ਆਇਆ ਸੀਗਾ ਜੀ। ਠੀਕ ਹੈ ਜੀ, ਕਾਲੀਕਟ ਕੇਰਲ 'ਚ ਆਇਆ ਸੀ। ਉੱਥੋਂ ਦਾ ਰਾਜਾ ਉਸ ਸਮੇਂ ਜਮੋਰਿਨ ਸੀ, ਜਿਹਨੇ ਇਹਦਾ ਸਵਾਗਤ ਕੀਤਾ ਸੀਗਾ ਜੀ, ਜਮੋਰਿਨ। ਅਤੇ ਇੰਡੀਆ ਦਾ ਜਾਂ ਦਿੱਲੀ ਦਾ ਸ਼ਾਸਕ ਉਦੋਂ ਕੌਣ ਸੀ? ਸਿਕੰਦਰ ਲੋਧੀ ਸੀ। ਜੇ ਸਾਰੇ ਫੈਕਟਸ ਤੁਸੀਂ ਧਿਆਨ 'ਚ ਰੱਖਣੇ ਆ,
क्योंकि तुहानूं किसी भी पॉइंट ऑफ व्यू तो क्वेश्चन आ सकता। कालीघट आया सी केरल दे विच, उत्थों दा शासक जमोरिन सी ते भारत दा शासक उस समय सिकंदर लोधी सी, मतलब कि लोधियां दा राज उदों चल रहा सीगा जी। अगे चलते हैं जी। नादिर शाह, तो नादिर शाह ने जिहड़ा हैगा कदों इत्थे भारत ते हमला कीता? इन्हां ने जी 1739 दे विच हमला कीता। एक लड़ाई हुंदी है जी करनाल दी लड़ाई 39 ची, ठीक है जी। उस समय भारत का शासक कौन सी? मुहम्मद शाह रंगीला सी जी। मुहम्मद शाह रंगीला ते नादिर शाह दे विच करनाल दी लड़ाई हुंदी है। इस लड़ाई दे विच मुहम्मद शाह रंगीला हार जांदा ते नादिर शाह दी जित हुंदी है। फिर नादिर शाह जित के पहुंचदा दिल्ली ते बहुत ज़्यादा लुੱਟਮਾਰ करदा। इसे लुੱਟਮਾਰ दे विच ही नादिर शाह ने मुहम्मद शाह रंगीले तो कोहिनूर दा हीरा भी ले लिया सी, ठीक है जी। ते जिहड़ा तख्ते ताउज मुगल शासक जिहड़ा तख्त सी उन्हां दा, उहनूं भी नाल लै गया सी। बहुत वड्डी बेइज्जती ते तुसीं कह सकदे हो कि मुगल काल दी ढैंदी कला दी निशानी सीगी। कोहिनूर ते तख्ते ताउज लै गया सी नादिर शाह, ठीक है जी। अगे चलते हैं जी। अगे हैगा जी ईस्ट इंडिया कंपनी ने दोहरी शासन व्यवस्था कित्थे लागू कीती? ਤਾਂ ਇਹ ਬੰਗਾਲ ਦੇ ਵਿੱਚ ਲਾਗੂ ਕੀਤੀ ਸੀਗੀ ਜੀ ਈਸਟ ਇੰਡੀਆ ਕੰਪਨੀ ਨੇ ਦੋਹਰੀ ਸ਼ਾਸਨ ਵਿਵਸਥਾ। ਦੋਹਰੀ ਸ਼ਾਸਨ ਵਿਵਸਥਾ ਬੇਸਿਕਲੀ ਸੀ ਕੀ ਜੀ, ਹੈ ਨਾ। ਦੋਹਰੀ ਸ਼ਾਸਨ ਵਿਵਸਥਾ ਜੇ ਤੁਸੀਂ ਇਹਨੂੰ 1765 ਤੋਂ ਲੈ ਕੇ 72 ਤੱਕ ਇਹ ਦੋਹਰੀ ਸ਼ਾਸਨ ਵਿਵਸਥਾ ਬੰਗਾਲ ਦੇ ਵਿੱਚ ਲਾਗੂ ਹੋਈ ਹੈ ਜੀ। ਰੋਬਰਟ ਕਲਾਈਵ, ਜਦੋਂ ਰੋਬਰਟ ਕਲਾਈਵ ਬਕਸਰ ਦੀ ਦੂਸਰੀ ਲੜਾਈ ਜਿੱਤਦਾ 64 ਦੇ ਵਿੱਚ, ਹੈ ਨਾ, ਤਾਂ ਬਕਸਰ ਦੀ ਦੂਸਰੀ ਲੜਾਈ ਜਿੱਤਣ ਤੋਂ ਬਾਅਦ ਬੰਗਾਲ ਦੇ ਵਿੱਚ ਦੋਹਰੀ ਸ਼ਾਸਨ ਵਿਵਸਥਾ ਲਾਗੂ ਕੀਤੀ ਜਾਂਦੀ ਹੈ। ਦੋਹਰੀ ਸ਼ਾਸਨ ਵਿਵਸਥਾ ਦੇ ਵਿੱਚ ਹੋਇਆ ਕੀ ਸੀ ਕਿ ਦੀਵਾਨੀ ਤੇ ਨਿਜ਼ਾਮਤ ਦੋ ਭਾਗਾਂ ਦੇ ਵਿੱਚ ਜਿਹੜਾ ਹੈਗਾ ਰਾਜ ਨੂੰ ਵੰਡ ਦਿੱਤਾ ਗਿਆ। ਦੀਵਾਨੀ ਦਾ ਮਤਲਬ ਪੈਸੇ ਨਾਲ ਸੰਬੰਧਿਤ, ਹੈ ਨਾ, ਧਨ ਨਾਲ ਸੰਬੰਧਿਤ, ਆਮਦਨ ਨਾਲ ਸੰਬੰਧਿਤ ਜੋ ਟੈਕਸ ਅਗਰਾਹੀ खेती कर वगैरह वगैरह ये सारा काम सी ਇਹ ਕਿਹਨੇ ਲੈ ਲਿਆ? ਇਹ ਲੈ ਲਿਆ ਅੰਗਰੇਜ਼ਾਂ ਨੇ। ਤੇ ਜਿਹੜਾ ਪ੍ਰਸ਼ਾਸਨ ਨੂੰ ਚਲਾਉਣ ਦਾ ਕੰਮ ਸੀਗਾ ਐਡਮਿਨਿਸਟ੍ਰੇਸ਼ਨ ਸ਼ਾਂਤੀ ਵਿਵਸਥਾ ਵਗੈਰਾ ਵਗੈਰਾ ਇਹ ਬੰਗਾਲ ਦੇ ਨਵਾਬ ਨੂੰ ਦੇ ਦਿੱਤਾ ਗਿਆ। ਤਾਂ ਪ੍ਰਸ਼ਾਸਨ ਨੂੰ ਦੋ ਭਾਗਾਂ 'ਚ ਵੰਡ ਦਿੱਤਾ ਗਿਆ। ਇਸੇ ਨੂੰ ਹੀ ਦੋਹਰੀ ਸ਼ਾਸਨ ਵਿਵਸਥਾ ਕਹਿੰਦੇ ਆ। ਰੋਬਰਟ ਕਲਾਈਵ ਨੇ 1765 ਦੇ ਵਿੱਚ ਲਾਗੂ ਕੀਤੀ ਸੀ ਤੇ 72 ਦੇ ਵਿੱਚ ਖਤਮ ਹੋ ਗਈ ਸੀਗੀ ਜੀ ਇਹ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ। ਅੱਗੇ ਹੈਗਾ ਜੀ परमानेंट सैटलमेंट कदों जिहड़ी हैगी आ ओह लागू कीती गई इंडिया दे विच? तां इह 1793 दे विच परमानेंट सैटलमेंट लागू कीती गई सी जी भारत दे विच, इंडिया दे विच। लॉर्ड कॉर्नवालिस ने, लॉर्ड कॉर्नवालिस ने बंगाल बिहार दे विच इहनूं लागू कीता। लॉर्ड कॉर्नवालिस ਤੁਸੀਂ ਧਿਆਨ 'ਚ ਰੱਖਣਾ ਨਾਮ ਇਹ 1793 ਦੇ ਵਿੱਚ ਇਹਨੂੰ ਬੰਗਾਲ ਤੇ ਬਿਹਾਰ ਵਾਲੇ ਇਲਾਕਿਆਂ ਦੇ ਵਿੱਚ ਲਾਗੂ ਕੀਤਾ। ਪਰਮਾਨੈਂਟ ਸੈਟਲਮੈਂਟ ਸੀ ਕੀ? ਪਰਮਾਨੈਂਟ ਸੈਟਲਮੈਂਟ ਬੇਸਿਕਲੀ ਕਿਸਾਨਾਂ ਨੂੰ ਪਰਮਾਨੈਂਟ ਜ਼ਮੀਨ ਤੇ ਹੱਕ ਦੇ ਦਿੱਤੇ ਗਏ ਤੇ ਟੈਕਸ ਨੂੰ ਫਿਕਸ ਕਰਤਾ। ਜਿਹੜਾ ਖੇਤੀ ਕਰ ਸੀ ਉਹਨੂੰ ਫਿਕਸ ਕਰ ਦਿੱਤਾ ਗਿਆ। ਉਹਦੇ 'ਚ ਹੋਇਆ ਕੀ ਕਿ ਸਰਕਾਰ ਦੀ ਆਮਦਨ ਨਿਸ਼ਚਿਤ ਹੋ ਗਈ, ਠੀਕ ਹੈ ਜੀ, ਤੇ ਕਿਸਾਨਾਂ ਨੂੰ ਉਹਨਾਂ ਦੇ ਮਾਲਕੀ ਹੱਕ ਮਿਲ ਗਏ। ਬੰਗਾਲ ਬਿਹਾਰ ਦੇ ਵਿੱਚ ਇਹਨੂੰ ਲਾਗੂ ਕੀਤਾ ਗਿਆ ਸੀ। ਅੱਗੇ ਹੈਗਾ ਜੀ ਅਵਧ ਨੂੰ ਕਦੋਂ ਜਿਹੜਾ ਬ੍ਰਿਟਿਸ਼ ਲੋਕਾਂ ਨੇ ਆਪਦੇ ਰਾਜ ਦੇ ਵਿੱਚ ਮਿਲਾਇਆ? ਤਾਂ ਅਵਧ ਨੂੰ ਜਿਹੜਾ ਹੈਗਾ 1856 ਦੇ ਵਿੱਚ ਵਾਜਿਦ ਅਲੀ, ਨਵਾਬ ਵਾਜਿਦ ਅਲੀ, ਇਹ ਨਵਾਬ ਸੀਗਾ ਜੀ ਅਵਧ ਦਾ। ਤੁਸੀਂ ਤੁਹਾਡੇ ਧਿਆਨ 'ਚ ਹੋਊਗਾ ਕਿ ਬਕਸਰ ਦੀ ਲੜਾਈ ਤੋਂ ਬਾਅਦ ਇੱਕ ਸੰਧੀ ਹੁੰਦੀ ਆ ਜਿਸ ਦੇ ਵਿੱਚ ਅਵਧ ਦਾ ਨਵਾਬ ਸੀ, ਹੈ ਨਾ, ਤੇ ਸ਼ਾਹ ਸੁਜਾ ਸੀਗਾ ਜੋ ਸਾਡਾ ਸ਼ਾਹ ਆਲਮ ਦੂਜਾ ਜੋ ਦਿੱਲੀ ਦਾ ਸ਼ਾਸਕ ਸੀਗਾ। ਇਹਨਾਂ ਦੇ ਵਿਚਕਾਰ ਸੰਧੀ ਹੁੰਦੀ ਆ। ਉਸ ਤੋਂ ਬਾਅਦ ਅਵਧ ਅੰਗਰੇਜ਼ਾਂ ਨਾਲ ਬਿਲਕੁਲ ਮਿਲ ਕੇ ਚੱਲ ਰਿਹਾ ਸੀ। ਪਰ ਕੀ ਹੋਇਆ ਕਿ 1856 ਦੇ ਵਿੱਚ ਲਾਰਡ ਡਲਹੌਜ਼ੀ ਨੇ ਅਵਧ ਦੇ ਰਾਜ ਨੂੰ ਹੜੱਪਣ ਲਈ ਅਵਧ ਦੇ ਨਵਾਬ ਤੇ ਇਹ ਇਲਜ਼ਾਮ ਲਾਇਆ ਕਿ ਤੁਹਾਡਾ ਜਿਹੜਾ ਪ੍ਰਸ਼ਾਸਨ ਆ ਉਹ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ, ਤੇ ਬਹਾਨਾ ਬਣਾ ਕੇ ਅੰਗਰੇਜ਼ਾਂ ਨੇ ਆਪਦੇ ਰਾਜ ਦੇ ਵਿੱਚ ਮਿਲਾ ਲਿਆ। ਤਾਂ 1856 ਦੇ ਵਿੱਚ ਇਹ ਜਿਹੜੀ ਘਟਨਾ ਵਾਪਰਦੀ ਹੈ ਜੀ। ਇਸ ਤੋਂ ਬਾਅਦ ਗੱਲ ਕਰੀਏ ਕਿ ਮੇਰਠ ਦੇ ਵਿੱਚ ਕਦੋਂ ਜਿਹੜਾ ਹੈਗਾ ਸ਼ੁਰੂਆਤ ਹੁੰਦੀ ਹੈ ਵਿਦਰੋਹ ਦੀ? ਤਾਂ ਇਹਦੀ ਸਹੀ ਡੇਟ ਹੈਗੀ ਹੈ ਜੀ 10 ਮਈ 1857 ਨੂੰ। 10 ਮਈ 1857 ਨੂੰ ਮੇਰਠ ਦੇ ਵਿੱਚ ਜਿਹੜੀ ਸ਼ੁਰੂਆਤ ਹੋਈ ਆ ਜੀ। ਕਦਮ ਸਿੰਘ ਇੱਕ ਸੈਨਿਕ ਦਾ ਨਾਮ ਸੀਗਾ।
ਕਦਮ ਸਿੰਘ। ਤੁਸੀਂ ਜਾਣਦੇ ਹੋ ਮੇਟ ਦੀ ਘਟਨਾ ਕਿਸ ਤਰ੍ਹਾਂ ਵਾਪਰੀ ਕਿ ਮੇਟ ਦੇ ਕੁਝ ਸੈਨਿਕਾਂ ਨੇ ਉਹ ਕਾਰਤੂਸ ਵਰਤਨੋਂ, ਚਰਬੀ ਵਾਲੇ ਕਾਰਤੂਸ ਵਰਤਨ ਤੋਂ ਇਨਕਾਰ ਕਰਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਹੈਗੀ ਸਜ਼ਾ ਦਿੱਤੀ ਗਈ ਅੰਗਰੇਜ਼ ਸੈਨਿਕਾਂ ਵੱਲੋਂ। ਤਾਂ ਸਾਡੇ ਜਿਹੜੇ ਭਾਰਤੀ ਸੈਨਿਕ ਸੀ ਉਹਨਾਂ ਨੇ ਵਿਦਰੋਹ ਕਰਤਾ, ਮਾਰੋ ਫਰੰਗੀ ਕੋ ਇਹ ਨਾਅਰਾ ਦਿੱਤਾ ਗਿਆ। ਕਦਮ ਸਿੰਘ ਨੇ ਉਹਨਾਂ ਦੀ ਅਗਵਾਈ ਕੀਤੀ ਤੇ ਇਸ ਤਰੀਕੇ ਨਾਲ 10 ਮਈ 1857 ਨੂੰ ਜਿਹੜਾ ਹੈਗਾ ਇਹ ਵਿਦਰੋਹ ਮੇਰਠ ਤੋਂ ਉੱਠ ਖੜਾ ਹੋਇਆ। ਅੱਗੇ ਜੀ, ਤਾਂ ਵੁੱਡ ਡਿਸਪੈਚ, ਚਾਰਲਸ ਵੁੱਡ ਡਿਸਪੈਚ ਡੀਲਸ ਵਿਦ, ਕਿਹਦੇ ਨਾਲ ਡੀਲ ਕਰਦਾ ਜੀ? ਤਾਂ ਇਹ ਤੁਸੀਂ ਜਾਣਦੇ ਹੋ ਕਿ ਇਹ ਐਜੂਕੇਸ਼ਨ ਨਾਲ ਡੀਲ ਕਰਦਾ। 1854 ਦੇ ਵਿੱਚ ਚਾਰਲਸ ਵੁੱਡ ਦੀ ਅਗਵਾਈ ਦੇ ਵਿੱਚ ਇੱਕ ਜਿਹੜਾ ਹੈਗਾ ਇੱਕ ਕਮੇਟੀ ਬਣਾਈ ਜਾਂਦੀ ਹੈ ਜਿਸ ਨੂੰ ਚਾਰਲਸ ਵੁੱਡ ਡਿਸਪੈਚ ਕਿਹਾ ਜਾਂਦਾ ਐਜੂਕੇਸ਼ਨ 'ਤੇ, ਜਿਹਨੇ ਪ੍ਰਾਇਮਰੀ ਐਜੂਕੇਸ਼ਨ 'ਤੇ ਕਾਫੀ ਜ਼ੋਰ ਦਿੱਤਾ ਤੇ ਇੰਡੀਆ ਦੇ ਵਿੱਚ ਜਿਹੜੀ ਹੈਗੀ ਐਜੂਕੇਸ਼ਨ ਨੂੰ ਲਾਗੂ ਕਰਨ ਤੇ ਉਹਨੂੰ ਥੋੜ੍ਹਾ ਇੰਪਰੂਵ ਕਰਨ 'ਤੇ ਜ਼ੋਰ ਦਿੱਤਾ। ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਕਿ ਇਸੇ ਐਕਟ ਦੇ ਅਧੀਨ ਹੀ ਬੰਬੇ, ਕਲਕੱਤਾ ਤੇ ਮਦਰਾਸ ਜਿਹੜੀਆਂ ਪਹਿਲੀਆਂ 3 ਯੂਨੀਵਰਸਿਟੀਜ਼ ਬਣੀਆਂ 1857 ਦੇ ਵਿੱਚ। 1857 ਦੇ ਵਿੱਚ ਜਿਹੜੀਆਂ ਸਾਡੀਆਂ ਪਹਿਲੀਆਂ 3 ਯੂਨੀਵਰਸਿਟੀਜ਼ ਨੇ, ਬੰਬੇ, ਕਲਕੱਤਾ ਤੇ ਮਦਰਾਸ ਯੂਨੀਵਰਸਿਟੀ, ਉਹ ਵੁੱਡਸ ਡਿਸਪੈਚ ਦੀ ਸਿਫਾਰਿਸ਼ 'ਤੇ ਹੀ ਉਹ ਯੂਨੀਵਰਸਿਟੀਜ਼ ਹੋਣ ਚਾਹੀਆਂ ਸੀਗੀਆਂ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖਣਾ। 1857 'ਚ ਇੰਡੀਆ ਦੀਆਂ ਪਹਿਲੀਆਂ 3 ਯੂਨੀਵਰਸਿਟੀਜ਼ ਨੇ ਜਿਹੜੀਆਂ ਬੰਬੇ, ਮਦਰਾਸ, ਕਲਕੱਤਾ, ਉਹ ਵੁੱਡ ਡਿਸਪੈਚ ਦੀ ਸਿਫਾਰਿਸ਼ 'ਤੇ ਹੀ ਬਣੀਆਂ ਸੀਗੀਆਂ। ਠੀਕ ਹੈ ਜੀ। ਤੇ ਵੁੱਡ ਡਿਸਪੈਚ 1854 ਦੇ ਵਿੱਚ ਆਉਂਦਾ ਜੀ। ਠੀਕ ਹੈ ਜੀ। ਆਹ ਦੇਖੋ, ਆਹ ਅੱਗੇ ਉਹੀ ਕੁਐਸਚਨ ਆ ਗਿਆ ਕਿ ਕਦੋਂ ਐਸਟੈਬਲਿਸ਼ਮੈਂਟ ਹੋਈ ਜਿਹੜੀ ਕਲਕੱਤਾ, ਬੰਬੇ ਤੇ ਮਦਰਾਸ ਯੂਨੀਵਰਸਿਟੀਜ਼ ਦੀ। ਇਹ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ 1857 ਦੇ ਵਿੱਚ ਵੁੱਡਸ ਡਿਸਪੈਚ ਦੀ ਸਿਫਾਰਿਸ਼ 'ਤੇ ਹੀ ਇਹ ਯੂਨੀਵਰਸਿਟੀਆਂ ਹੋਣ 'ਚ ਆਈਆਂ। ਅੱਗੇ ਚੱਲਦੇ ਹਾਂ। ਹਾਂਜੀ, ਤਾਂ ਅਗਲਾ ਕੁਐਸਚਨ ਹੈਗਾ ਜੀ ਕਿ ਪਹਿਲਾ ਪ੍ਰੈਜ਼ੀਡੈਂਟ ਕੌਣ ਸੀਗਾ ਵੀ ਇੰਡੀਅਨ ਨੈਸ਼ਨਲ ਕਾਂਗਰਸ ਦਾ? ਤਾਂ ਇਹ ਤੁਸੀਂ ਜਾਣਦੇ ਹੋ ਕਿ ਵਮੇਸ਼ ਚੰਦਰ ਬੈਨਰਜੀ ਫਸਟ ਜਿਹੜੇ ਪ੍ਰੈਜ਼ੀਡੈਂਟ ਸੀਗੇ। ਇੰਡੀਅਨ ਨੈਸ਼ਨਲ ਕਾਂਗਰਸ ਸੰਮੇਲਨ ਦੇ ਸੈਸ਼ਨ ਹੋਇਆ ਸੀ ਜਿਹੜਾ ਬੰਬੇ ਦੇ ਵਿੱਚ ਇਹ ਸੈਸ਼ਨ ਹੋਇਆ ਸੀਗਾ 29 ਦਸੰਬਰ ਤੋਂ ਲੈ ਕੇ 31 ਦਸੰਬਰ 1885। 29 ਦਸੰਬਰ ਤੋਂ 31 ਦਸੰਬਰ 1885 ਦੇ ਵਿੱਚ ਇਹ ਜਿਹੜਾ ਸੈਸ਼ਨ ਹੋਇਆ ਸੀਗਾ। ਤੇ ਇਸ ਸੈਸ਼ਨ ਦੇ ਵਿੱਚ ਵਮੇਸ਼ ਚੰਦਰ ਬੈਨਰਜੀ ਨੇ ਅਗਵਾਈ ਕੀਤੀ ਸੀ। ਤੇਜਪਾਲ ਹਾਲ ਬੰਬੇ ਦੇ ਵਿੱਚ ਇੱਕ ਹੈਗਾ, ਉੱਥੇ ਇੱਕ ਕਾਲਜ ਦੇ ਵਿੱਚ ਹਾਲ ਸੀ ਜਿੱਥੇ ਗੋਖਲ ਦਾਸ ਤੇਜਪਾਲ ਹਾਲ ਦੇ ਵਿੱਚ ਇਹ ਪਹਿਲਾ ਸੈਸ਼ਨ ਜਿਹੜਾ ਹੈਗਾ ਕਾਂਗਰਸ ਦਾ ਉਹ ਹੋਇਆ ਸੀ। ਚਲੋ ਜੀ ਅੱਗੇ ਚੱਲਦੇ ਹਾਂ ਜੀ। ਅੱਗੇ ਹੈਗਾ ਬੰਗਾਲ ਦੀ ਵੰਡ ਕਦੋਂ ਹੋਈ ਆ ਵੀ? ਬੰਗਾਲ ਦੀ ਵੰਡ ਤੁਸੀਂ ਜਾਣਦੇ ਹੋ 1905 ਦੇ ਵਿੱਚ। ਲਾਰਡ ਕਰਜ਼ਨ ਉਦੋਂ ਇੱਥੋਂ ਦਾ ਵਾਇਸਰਾਏ ਸੀ ਤੇ ਉਹਨੇ ਬੰਗਾਲ ਨੂੰ ਪੱਛਮੀ ਬੰਗਾਲ ਤੇ ਪੂਰਬੀ ਬੰਗਾਲ 2 ਭਾਗਾਂ ਦੇ ਵਿੱਚ ਵੰਡਤਾ। ਅੰਗਰੇਜ਼ਾਂ ਨੇ ਇਹ ਬਹਾਨਾ ਬਣਾਇਆ ਕਿ ਪ੍ਰਸ਼ਾਸਨ ਨੂੰ ਅੱਛੇ ਤਰੀਕੇ ਨਾਲ ਚਲਾਉਣ ਲਈ ਇਹ ਵੰਡ ਕੀਤੀ ਗਈ ਹੈ, ਪਰ ਇਹ ਐਕਚੁਅਲ ਦੇ ਵਿੱਚ ਕੀ ਸੀ ਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਸੀਗੀ ਕਿ ਹਿੰਦੂ ਮੁਸਲਿਮ ਦੀ ਏਕਤਾ ਨੂੰ ਭੰਗ ਕਰਨ ਲਈ ਬੰਗਾਲ ਨੂੰ 2 ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ। ਅੱਜ ਦਾ ਜੋ ਇੱਕ ਬੰਗਲਾਦੇਸ਼ ਵਾਲਾ ਇਲਾਕਾ ਤੇ ਇੱਕ ਜਿਹੜਾ ਇੰਡੀਆ 'ਚ ਕਲਕੱਤਾ ਜਾਂ ਹੁਣ ਦਾ ਬੰਗਾਲ ਆ ਉਹ ਇਲਾਕਾ ਇਸੇ ਭਾਗਾਂ ਦੇ ਵਿੱਚ ਵੰਡਿਆ ਸੀਗਾ ਜੀ। ਲਾਰਡ ਕਰਜ਼ਨ ਨੇ ਇਹਨੂੰ ਵੰਡਿਆ ਸੀ 1905 ਦੇ ਵਿੱਚ। ਅੱਗੇ ਜੀ, ਗਦਰ ਪਾਰਟੀ ਦੇ ਲੀਡਰ ਕੌਣ ਨੇ ਜੀ ਇਹਨਾਂ 'ਚੋਂ, ਹੈ ਨਾ? ਉਹਦੀ ਅਸੀਂ ਪਛਾਣ ਕਰਨੀ ਆ। ਕਿਰਪਾਲ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ ਤੇ ਸਰਦਾਰ ਅਜੀਤ ਸਿੰਘ। ਤਾਂ ਇਹ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਨਾਲ ਜੁੜੇ ਹੋਏ ਨੇ। ਮਦਨ ਲਾਲ ਢੀਂਗਰਾ ਬਹੁਤ ਪਹਿਲਾਂ ਸੀ ਇਸ ਗਦਰ ਪਾਰਟੀ ਤੋਂ। ਸਰਦਾਰ ਅਜੀਤ ਸਿੰਘ ਭਗਤ ਸਿੰਘ ਦੇ ਚਾਚਾ ਸੀ, ਉਹ ਵੀ ਸਮਕਾਲੀ ਨਹੀਂ ਸੀ ਗਦਰ ਪਾਰਟੀ ਤੇ। ਕਿਰਪਾਲ ਸਿੰਘ ਵੀ ਨਹੀਂ। ਤਾਂ ਕਰਤਾਰ ਸਿੰਘ ਸਰਾਭਾ ਇਸ ਦੇ ਜਿਹੜੇ ਲੀਡਰ ਸੀਗੇ। ਠੀਕ ਹੈ ਜੀ। ਖਿਲਾਫਤ ਕਮੇਟੀ ਦਾ ਕੌਣ ਪਾਰਟ ਨਹੀਂ ਸੀ? ਇਹ ਵੀ ਇੰਪੋਰਟੈਂਟ ਆ। ਖਿਲਾਫਤ ਕਮੇਟੀ ਤੁਸੀਂ ਜਾਣਦੇ ਹੋ ਕਿ ਖਿਲਾਫਤ ਅੰਦੋਲਨ ਚੱਲਿਆ ਸੀਗਾ ਤੁਰਕੀ ਦੇ ਰਾਜੇ ਨਾਲ। ਫਸਟ ਵਰਲਡ ਵਾਰ ਦੇ ਵਿੱਚ ਅੰਗਰੇਜ਼ਾਂ ਦੁਆਰਾ ਜੋ ਵਿਵਹਾਰ ਕੀਤਾ ਗਿਆ ਤੁਰਕੀ ਦੇ ਨਾਲ, ਉਹਦੇ ਵਿਰੋਧ ਦੇ ਵਿੱਚ ਭਾਰਤੀ ਮੁਸਲਮਾਨਾਂ ਨੇ ਖਿਲਾਫਤ ਅੰਦੋਲਨ ਚਲਾਇਆ ਸੀ। ਤੇ ਉਹਦੇ ਕੌਣ ਪਾਰਟ ਨਹੀਂ ਇਹਨਾਂ 'ਚੋਂ? ਉਹ ਹੈ ਜੀ ਮੁਹੰਮਦ ਅਲੀ ਜਿਨਾਹ। ਮੁਹੰਮਦ ਅਲੀ ਜਿਨਾਹ ਖਿਲਾਫਤ ਕਮੇਟੀ ਦੇ ਮੈਂਬਰ ਨਹੀਂ ਸੀ। ਇਹਨਾਂ ਨੇ ਤਾਂ ਖਿਲਾਫਤ ਕਮੇਟੀ ਜਾਂ ਖਿਲਾਫਤ ਅੰਦੋਲਨ ਦੀ ਵਿਰੋਧਤਾ ਕੀਤੀ ਸੀਗੀ ਜੀ। ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ। ਲਾਸਟ ਹੈਗਾ ਜੀ ਮਾਈਕਲੋ ਡਵਾਇਰ, ਕਿਹਦੇ ਨਾਲ ਸੰਬੰਧਿਤ ਨੇ? ਤਾਂ ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਇਹ ਜਲਿਆਂਵਾਲੇ ਬਾਗ ਦਾ ਜੋ ਕਾਂਡ, ਜੋ ਦੁਖਾਂਤ ਵਾਪਰਿਆ ਸੀ
ਉਹਦੇ ਨਾਲ ਸੰਬੰਧਿਤ ਨੇ। ਇਹ ਪੰਜਾਬ ਦੇ ਗਵਰਨਰ ਸੀ ਜੀ, ਪੰਜਾਬ ਦੇ ਗਵਰਨਰ ਸੀ ਮਾਈਕਲ ਓ ਡਵਾਇਰ। ਇਹਨਾਂ ਨੇ ਹੀ ਆਰਮੀ ਦੇ ਬੰਦੇ ਮਾਈਕਲ ਡਾਇਰ ਨੂੰ ਇੱਥੇ ਬੁਲਾਇਆ ਸੀ, ਜਿਹਨੇ ਜਲਿਆਂਵਾਲੇ ਬਾਗ ਦੇ ਵਿੱਚ ਗੋਲੀकांड ਕੀਤਾ ਸੀ। ਅੱਗੇ ਚੱਲ ਕੇ ਊਧਮ ਸਿੰਘ ਨੇ ਮਾਈਕਲ ਓ ਡਵਾਇਰ ਨੂੰ ਹੀ ਲੰਡਨ ਦੇ ਵਿੱਚ ਕੈਕਸਟਨ ਹਾਲ ਦੇ ਵਿੱਚ ਗੋਲੀ ਮਾਰ ਕੇ ਇਸ ਕਾਂਡ ਦਾ ਬਦਲਾ ਲਿੱਤਾ ਸੀਗਾ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ। ਡਾਂਡੀ ਮਾਰਚ ਬਈ, ਡਾਂਡੀ ਮਾਰਚ ਨੂੰ ਅਸੀਂ ਕਾਹਦੇ ਨਾਲ ਜੋੜਦੇ ਹਾਂ? ਨਾਮਕ ਸੱਤਿਆਗ੍ਰਹਿ, ਸਿਵਲ ਨਾ ਫਰਮਾਨੀ ਜਿਹੜਾ ਅੰਦੋਲਨ ਚੱਲਿਆ। ਡਾਂਡੀ ਮਾਰਚ ਕੀ ਸੀ? ਸਾਬਰਮਤੀ ਆਸ਼ਰਮ ਤੋਂ ਡਾਂਡੀ ਤੱਕ ਇੱਕ ਯਾਤਰਾ ਸੀ ਜਿਹੜੀ 72 ਲੋਕਾਂ ਦੇ ਨਾਲ ਮਹਾਤਮਾ ਗਾਂਧੀ ਨੇ ਸ਼ੁਰੂ ਕੀਤੀ ਤੇ ਅੱਗੇ ਚੱਲ ਕੇ ਫਿਰ ਜਿਹੜੇ ਹੈਗੇ ਲੋਕ ਉਹਨਾਂ ਦੇ ਨਾਲ ਜੁੜਦੇ ਗਏ ਤਾਂ ਡਾਂਡੀ ਜਾ ਕੇ ਉਹਨਾਂ ਨੇ ਨਮਕ ਦੀ ਇੱਕ ਮੁੱਠ ਭਰੀ ਤੇ ਉੱਥੇ ਜਾ ਕੇ ਨਮਕ ਕਾਨੂੰਨ ਨੂੰ ਭੰਗ ਕਰਤਾ, ਕਿਉਂਕਿ ਉਦੋਂ ਹਿੰਦੁਸਤਾਨ ਦੇ ਵਿੱਚ ਨਮਕ ਬਣਾਉਣ ਦੀ ਇਜਾਜ਼ਤ ਅੰਗਰੇਜ਼ ਗੌਰਮੈਂਟ ਦੁਆਰਾ ਨਹੀਂ ਦਿੱਤੀ ਗਈ ਸੀ। ਤਾਂ ਇੱਕ ਸਿੰਬੋਲੀਕਲੀ ਮਹਾਤਮਾ ਗਾਂਧੀ ਨੇ ਉਹ ਨਮਕ ਕਾਨੂੰਨ ਨੂੰ ਭੰਗ ਕਰਕੇ ਸਿਵਲ ਨਾ ਫਰਮਾਨੀ ਅੰਦੋਲਨ ਦੀ ਸ਼ੁਰੂਆਤ ਕਰਤੀ। ਠੀਕ ਹੈ ਜੀ, ਇਹ ਸਾਲਟ ਸੱਤਿਆਗ੍ਰਹਿ ਨਾਲ ਜੁੜਿਆ ਹੋਇਆ। 6 ਅਪ੍ਰੈਲ 1930 ਨੂੰ ਇਹ ਨਮਕ ਕਾਨੂੰਨ ਭੰਗ ਕੀਤਾ ਗਿਆ ਸੀ ਡਾਂਡੀ ਮਾਰਚ ਦੇ ਵਿੱਚ ਤੇ 78 ਸਾਥੀਆਂ ਦੇ ਨਾਲ ਚੱਲੇ ਸੀਗੇ ਇਹ ਸਾਬਰਮਤੀ। 78, ਮੇਰਾ ਖਿਆਲ ਮੈਂ ਪਹਿਲਾਂ 72 ਬੋਲ ਗਿਆ, ਪਲੀਜ਼ 78 ਉਹਨੂੰ ਠੀਕ ਕਰ ਲਿਓ। 78 78 ਸਾਥੀਆਂ ਨਾਲ ਚੱਲੇ ਸੀ ਸਾਬਰਮਤੀ ਆਸ਼ਰਮ ਤੋਂ ਜਿਹੜਾ ਡਾਂਡੀ ਤੱਕ। ਠੀਕ ਹੈ ਜੀ, ਤਾਂ ਇਹ ਸਾਡਾ ਪੇਪਰ ਕੰਪਲੀਟ ਆ ਬਈ। ਇਹ ਜੋ ਅਸੀਂ ਪੇਪਰ ਇੱਥੇ ਡਿਸਕਸ ਕੀਤਾ 2 ਪਾਰਟਸ ਦੇ ਵਿੱਚ ਅਸੀਂ 75 ਕੁਐਸਚਨ ਜਿਹੜੇ ਹਿਸਟਰੀ ਦੇ ਨੇ 2021 ਮਾਸਟਰ ਕੇਡਰ SST ਦੇ ਪੇਪਰ 'ਚੋਂ ਅਸੀਂ ਡਿਸਕਸ ਕੀਤੇ ਨੇ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਆਪਾਂ ਥੋੜਾ ਡੀਪਲੀ ਇਸ ਪੇਪਰ ਨੂੰ ਦੇਖਿਆ ਜਾਵੇ। ਵੈਸੇ ਇਹ ਪੇਪਰ ਸੌਖਾ ਆਇਆ ਸੀ, ਸਾਰੇ ਜਾਣਦੇ ਹਾਂ ਆਪਾਂ, ਤੇ ਡੀਪਲੀ ਇਸ ਇਹਨਾਂ ਦੇ ਕੁਐਸਚਨਸ ਨੂੰ ਦੇਖਿਆ ਜਾਵੇ ਤੇ ਉਹਦੀ ਅਸੀਂ ਕੋਸ਼ਿਸ਼ ਕੀਤੀ। ਆਸ ਕਰਦੇ ਹਾਂ ਕਿ ਤੁਹਾਨੂੰ ਇਹ ਚੀਜ਼ ਪਸੰਦ ਆਈ ਹੋਵੇਗੀ ਤੇ ਅੱਗੇ ਅਸੀਂ ਨੈਕਸਟ ਲੈਕਚਰਸ ਦੇ ਵਿੱਚ ਜੋ ਪਹਿਲਾਂ ਦੇ ਹੋਰ ਪੇਪਰ ਨੇ, ਜਿਵੇਂ ਕਿ 2015 ਦਾ ਪੇਪਰ ਆ, ਫਿਰ 17 ਦਾ 3582 ਵਾਲਾ ਪੇਪਰ ਆ, 60 ਵਾਲਾ 15 ਦਾ ਪੇਪਰ ਆ, ਜਾਂ ਮਾਸਟਰ ਕੇਡਰ ਦਾ ਲੈਕਚਰਰ ਕੇਡਰ ਦਾ ਵੀ ਇੱਕ ਪੇਪਰ ਆਇਆ ਹੋਇਆ ਹਿਸਟਰੀ ਦਾ, ਅਸੀਂ ਉਹਨੂੰ ਵੀ ਡਿਸਕਸ ਕਰਾਂਗੇ। ਠੀਕ ਹੈ ਜੀ, ਤਾਂ ਅੱਜ ਲਈ ਇੰਨਾ ਕਾਫੀ ਹੈ ਜੀ। ਆਸ ਆ ਤੁਹਾਨੂੰ ਇਹ ਪਸੰਦ ਆਇਆ ਹੋਊ, ਸਮਝ ਆਇਆ ਹੋਊ, ਤੁਹਾਡੀ ਸਮਝ ਬਣੂਗੀ ਇਸ ਵਿਸ਼ੇ ਨੂੰ ਲੈ ਕੇ। ਤਾਂ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਮਿਹਰਬਾਨੀ।